कि माँ जिहा किते प्यार है नी ते प्यो जिहा सिर हथ है नी, माँ प्यो बिना जिंदगी जिवें कमरा बिना छत है नी। वैसे तो एक एक्टर ने ते डायरैक्टर भी ने, प्रोड्यूसर भी ने। माता बिमार रही आ 2 महीने, ਡੈਥ ਕਰਾਰ ਦੇ ਦਿੱਤਾ ਸੀ ਵੀ ਤੁਸੀਂ ਮਾਤਾ ਨੂੰ ਘਰ ਲੈ ਜਾਓ, ਹੁਣ ਉਹਨੇ ਬਚਣਾ ਨਹੀਂ। ਇਹ ਤੇਰੀ ਜਿਹੜੀ ਮਾਤਾ ਹੁਣ ਇਹ 5-6 ਦਿਨ ਦੀ ਮਹਿਮਾਨ ਆ ਤੇ ਤੁਸੀਂ ਘਰ ਲੈ ਜਾਓ। ਕਹਿੰਦਾ ਵੀ ਤੇਰੀ ਮਾਂ 5 ਦਿਨ ਹੈਗੀ ਆ ਤੇ ਇਹ ਤੋਂ ਬਾਅਦ ਉਹ ਰੱਬ ਨੂੰ ਪਿਆਰੀ ਹੋ ਜਾਣੀ। ਜੀ ਘਰ ਨਹੀਂ ਹੁੰਦਾ ਜੇ ਮਾਂ ਹੋਵੇ ਤੇ ਸਾਨੂੰ ਕਿਸੇ ਦਾ ਡਰ ਨਹੀਂ ਹੁੰਦਾ। ਅਸੀਂ 24 ਮਿੰਟ ਵੀ ਮਾਂ-ਬਾਪ ਨੂੰ ਦਿੰਦੇ ਆ ਨਾ, ਉਹ ਇੰਨੇ 'ਚ ਖੁਸ਼ ਆ कि माँ जिहा किते प्यार है नी ते प्यो जिहा सिर हथ है नी, कि माँ जिहा किते प्यार है नी ते प्यो जिहा सिर हथ है नी, माँ प्यो बिना जिंदगी जिवें कमरा बिना छत है नी। कि निक्के हुंदे लड़दे सी माँ मेरी है माँ मेरी है, निक्के हुंदे लड़दे सी माँ मेरी है माँ मेरी है, ते वड्डे होके कहन लगे माँ तेरी है माँ तेरी है। सत श्री अकाल जी, मैं हाँ तुहाडी अपनी राधिका शर्मा ते एतिमान चैनल देख रही सारे दर्शकों का करदे हाँ निੱਘਾ स्वागत। सो अज खास मुलाकात करवावांगे एक इहो जी शख्सियत दे नाल, एक इहो जी शख्स दे नाल जिहड़ा अपनी माँ नूं बहुत ज़्यादा प्यार करदा है। वैसे तो एक एक्टर ने ते डायरैक्टर भी ने, प्रोड्यूसर भी ने, पर उसदे नाल नाल हुण एक लेखक भी बन चुके ने ते उन्होंने बहुत ही प्यारी बुक लिखी है अपनी माँ के उत्ते, जिसका नाम है माँ का पुनर्जन्म। जी हाँ, ज़्यादा गलबात ना करते हुए, जान पहचान के किसी मोहताज नहीं, बहुत ही प्यारी जी शख्सियत परवीन संधू जी। सत श्री अकाल जी। ਸਤਿ ਸ਼੍ਰੀ ਅਕਾਲ ਰਾਧਾ ਜੀ, ਕੀ ਹਾਲ ਜੀ? वधिया चढ़दी कला। एतिमान चैनल ਤੁਹਾਡਾ ਸਵਾਗਤ ਕਰਦਾ ਹੈ। ਜੀ ਆਇਆਂ ਨੂੰ ਤੁਹਾਡਾ ਵੀ ਜੀ, ਤੁਸੀਂ ਆਏ ਸਾਡੇ ਕੋਲ ਘਰ ਅੱਜ, ਬਹੁਤ ਬਹੁਤ ਤੁਹਾਡਾ ਜੀ ਆਇਆਂ ਨੂੰ। ਓਕੇ, ਪਹਿਲਾਂ ਤਾਂ ਤੁਸੀਂ ਐਕਟਰ ਹੋ ਹੈ ਨਾ, ਡਾਇਰੈਕਟਰ ਵੀ ਹੋ, ਪ੍ਰੋਡਿਊਸਰ ਵੀ ਹੋ ਹੈ ਨਾ, ਤੇ ਬੁੱਕ ਲਿਖਣ ਦਾ ਕਿਵੇਂ ਖਿਆਲ ਹੈ ਜ਼ਿਹਨ ਦੇ ਵਿੱਚ? ਰਾਧਿਕਾ ਜੀ ਇਹ ਇੱਕ ਬੜੀ ਲੰਮੀ ਸਟੋਰੀ ਆ। ਜਦੋਂ ਮੇਰੇ ਮਾਤਾ ਜੀ ਬਿਮਾਰ ਹੁੰਦੇ ਆ ਤੇ ਉਹ 1 ਮਹੀਨਾ 10 ਕੁ ਦਿਨ ਬਿਮਾਰ ਰਹੇ ਤੇ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਆਇਆ ਤੇ ਮੇਰੀ ਮੁਲਾਕਾਤ ਹੋਈ ਬਲਕਾਰ ਸਿੰਘ ਸਿੱਧੂ ਜੀ ਨਾਲ। ਬਲਕਾਰ ਸਿੰਘ ਸਿੱਧੂ ਇੱਕ ਬਹੁਤ ਵੱਡੀ ਮਹਾਨ ਸ਼ਖਸੀਅਤ ਆ ਚੰਡੀਗੜ੍ਹ ਦੇ ਵਿੱਚ। ਉਹ ਥੀਏਟਰ ਦੇ, ਮੈਂ ਉਹਨਾਂ ਨੂੰ ਜੇ ਕਿੰਗ ਵੀ ਕਹਾਂ, ਜੇ ਉਹ ਤੋਂ ਵੱਡੀ ਵੀ ਹੋਰ ਕੋਈ ਗੱਲ ਹੋਵੇ ਤੇ ਉਹ ਰੁਤਬਾ ਦਿੱਤਾ ਜਾਵੇ ਤੇ ਉਹ ਵੀ ਥੋੜ੍ਹਾ ਵਾ। ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿਉਂਕਿ ਪੰਜਾਬੀ ਲੇਖਕ ਸਭਾ ਦੇ ਉਹ ਪ੍ਰਧਾਨ ਨੇ ਤੇ ਮੈਂ ਹਰ ਮਹੀਨੇ ਕੋਈ ਨਾ ਕੋਈ ਕਿਤਾਬ ਜਿਹੜੀ ਆ ਸੈਕਟਰ 16 ਕਲਾ ਭਵਨ ਦੇ ਵਿੱਚ ਰਿਲੀਜ਼ ਹੁੰਦੀ ਸੀ। ਮੇਰੇ ਮਨ 'ਚ ਵੀ ਇੱਕ ਕੀੜਾ ਪੈ ਗਿਆ ਰਾਧਿਕਾ ਜੀ ਵੀ ਇਹ ਜਿਹੜੀਆਂ ਕਿਤਾਬਾਂ ਰਿਲੀਜ਼ ਹੁੰਦੀਆਂ ਵਾ ਤੇ ਇਹ ਜਿਹੜੇ ਲੋਕ ਲਿਖਦੇ ਆ ਤੇ ਕੀ ਲਿਖਦੇ ਆ, ਪਰ ਮੇਰੇ ਕੋਲ ਕੋਈ ਟੌਪਿਕ ਨਹੀਂ ਸੀ ਹੈਗਾ ਕਿ ਮੈਂ ਕੀ ਲਿਖਾਂ। ਤੇ ਉਹਨਾਂ ਨੇ ਮੈਨੂੰ ਸੇਧ ਦਿੱਤੀ, ਬਲਕਾਰ ਜੀ ਨੇ, ਕਿ ਯਾਰ ਤੇਰੀ ਮਾਤਾ ਬਿਮਾਰ ਰਹੀ ਆ 2 ਮਹੀਨੇ ਤੇ ਤੂੰ ਬਹੁਤ ਸੰਘਰਸ਼ ਕੀਤਾ ਮਾਤਾ ਦੇ ਨਾਲ ਹਸਪੀਟਲ ਦੇ ਵਿੱਚ, ਤੇ ਕੁਛ ਆਪਣੀ ਮਾਂ ਬਾਰੇ ਲਿਖ। ਤੇ ਮੈਨੂੰ ਇੱਕ ਟੌਪਿਕ ਮਿਲ ਗਿਆ ਲਿਖਣ ਬਾਰੇ, ਆਪਣੀ ਮਾਂ ਬਾਰੇ। ਜੀ ਜੀ, ਇਹ ਟੋਟਲੀ ਟਰੂ ਬੇਸਡ ਸਟੋਰੀ ਹੈ, ਮਤਲਬ ਸੱਚੀ ਘਟਨਾ ਲਿਖੀ ਹੈ ਤੁਸੀਂ ਪੂਰੀ? ਬਿਲਕੁਲ, ਇਹ ਬਿਲਕੁਲ ਸੱਚੀ ਘਟਨਾ ਜੀ। ਜੋ ਹਸਪੀਟਲ ਦੇ ਵਿੱਚ ਮੇਰੀ ਮਾਤਾ ਨਾਲ ਹੋਇਆ, ਜੋ ਮੇਰੀ ਮਾਤਾ ਦੀ ਜੀਵਨੀ ਆ, ਮੈਂ ਉਹਦੇ ਬਾਰੇ ਇਸ ਕਿਤਾਬ ਵਿੱਚ ਲਿਖਣ ਦੀ ਕੋਸ਼ਿਸ਼। ਜਿਵੇਂ ਕਿ ਤੁਸੀਂ ਟਾਈਟਲ ਦਿੱਤਾ ਹੈ ਮਾਂ ਦਾ ਪੁਨਰ ਜਨਮ, ਮਤਲਬ ਇਹਦੋਂ ਜ਼ਹਿਨ ਦੇ ਵਿੱਚ ਆਉਂਦਾ ਜਿਵੇਂ ਪੁਨਰ ਜਨਮ ਤਾਂ ਉਹੀ ਹੁੰਦਾ ਨਾ, ਕਿਤੇ ਦੁਬਾਰਾ ਜਨਮ ਹੋਇਆ ਹੋਵੇ ਕਿਧਰੇ, ਜਿਵੇਂ ਇੱਕ ਸ਼ਖਸ ਉਹ ਰੱਬ ਨੂੰ ਪਿਆਰਾ ਹੋ ਗਿਆ ਪਰ ਉਸ ਤੋਂ ਬਾਅਦ ਉਹਦਾ ਦੁਬਾਰਾ ਜਨਮ ਕਿਧਰੇ ਹੋਰ ਹੋਇਆ, ਇਹ ਜ਼ਹਿਨ ਦੇ ਵਿੱਚ ਆਉਂਦਾ। ਤੇ ਤੁਹਾਡੇ ਜ਼ਹਿਨ ਦੇ ਵਿੱਚ ਕੀ ਆਇਆ ਤੇ ਤੁਸੀਂ ਇਹ ਟਾਈਟਲ ਦਿੱਤਾ ਮਾਂ ਦਾ ਪੁਨਰ ਜਨਮ? ਰਾਧਿਕਾ ਜੀ, ਮਾਂ ਦਾ ਪੁਨਰ ਜਨਮ ਜਿਹੜੀ ਇਹ ਮੇਰਾ ਜਿਹੜਾ ਟਾਈਟਲ ਜਿਹੜਾ ਮੈਂ ਰੱਖਿਆ ਵਾ, ਇਹ ਮੈਂ ਇਸ ਕਰਕੇ ਰੱਖਿਆ ਕਿ ਮੇਰੀ ਮਾਂ ਇੱਕ ਕਿਸਮ ਦੀ, ਡਾਕਟਰਾਂ ਨੇ ਉਹਨਾਂ ਨੂੰ ਜਿਹਨੂੰ ਕਹਿ ਸਕਦੇ ਹਾਂ ਆਪਾਂ ਡੈਥ ਕਰਾਰ ਦੇ ਦਿੱਤਾ ਸੀ ਵੀ ਤੁਸੀਂ ਮਾਤਾ ਨੂੰ ਘਰ ਲੈ ਜਾਓ, ਹੁਣ ਉਹਨੇ ਬਚਣਾ ਨਹੀਂ ਹੈਗਾ। ਉਹ ਆਂਦੇ ਜਾਂ ਤੇ ਸਾਡੇ ਕੋਲ ਆਕਸੀਜਨ ਤੇ ਤੁਸੀਂ ਲਾ ਛੱਡੋ ਤੇ ਜੇ ਘਰ ਖੜਨਾ ਤੇ ਘਰ ਲੈ ਜਾਓ। ਪਰ ਸ਼ੁਕਰ ਕਰਦਾ ਸੱਚੇ ਪਾਤਸ਼ਾਹ ਦਾ ਮੈਂ ਕਿ ਉਹਨਾਂ ਨੇ ਦਇਆ ਮਿਹਰ ਕੀਤੀ ਤੇ ਮਾਤਾ ਨੂੰ ਦੁਬਾਰਾ ਜਿਹੜਾ ਉਹ ਜਨਮ ਮਿਲਿਆ, ਤੇ ਇਸ ਕਰਕੇ ਮੈਂ ਉਹਦਾ ਨਾਂ ਜਿਹੜਾ ਰੱਖਿਆ ਕਿ ਮਾਂ ਦਾ ਪੁਨਰ ਜਨਮ। ਹਾਂਜੀ, ਕਿਵੇਂ ਹੋਇਆ ਮਾਂ ਦਾ ਪੁਨਰ ਜਨਮ? ਮਾਂ ਦਾ ਜਿਹੜਾ ਪੁਨਰ ਜਨਮ ਆ ਉਹ ਇਸ ਤਰ੍ਹਾਂ ਜੀ, ਸਾਡੀ ਮਾਤਾ ਦਾ 2015 ਦੇ ਵਿੱਚ ਬਾਈਪਾਸ ਸਰਜਰੀ ਹੋਈ ਸੀ ਹਾਰਟ ਦੀ, ਤੇ ਸਰਜਰੀ ਤੋਂ ਬਾਅਦ ਮਾਤਾ ਬਿਲਕੁਲ ਠੀਕ ਹੋ ਗਏ, ਬਿਲਕੁਲ ਤੰਦਰੁਸਤ ਹੋ ਗਏ। ਤੇ ਉਹ ਜਿਸ ਤਰ੍ਹਾਂ ਕਹਿ ਦਈਏ ਵੀ ਡਾਕਟਰ ਆਂਦੇ ਜੀ ਤੁਸੀਂ ਪਰਹੇਜ਼ ਰੱਖਣਾ ਘਰ ਦੇ ਵਿੱਚ, ਤੁਸੀਂ ਹੁਣ ਤਲੀਆਂ ਚੀਜ਼ਾਂ ਨਹੀਂ ਖਾਣੀਆਂ, ਤੁਸੀਂ ਮਿੱਠਾ ਨਹੀਂ ਖਾਣਾ। ਤੇ ਹੁਣ ਮਾਂ ਜਦੋਂ ਪੁਰਾਣੇ ਬਜ਼ੁਰਗ ਹੁੰਦੇ ਸੀ ਤੇ ਉਹ ਜਿਹੜੇ ਪਰਹੇਜ਼ ਕਰਦੇ ਹੁੰਦੇ ਸੀ, ਤੇ ਪਰਹੇਜ਼ ਵੀ ਉਦੋਂ ਕਹਿਣਾ ਜੀ ਉਹਨਾਂ ਨੇ ਘਿਓ ਖਾ ਕੇ ਕਰੋ, ਆਂਦੇ ਜੀ ਇਹਨੂੰ ਕਮਜ਼ੋਰੀ ਨਾ ਆ ਜੇ। ਤੇ ਉਹ ਮਾਤਾ ਨੇ ਵੀ ਕੋਈ ਬਾਹਲਾ ਲੰਮਾ ਚੌੜਾ ਪਰਹੇਜ਼ ਨਹੀਂ ਕੀਤਾ ਆਪਰੇਸ਼ਨ ਤੋਂ ਬਾਅਦ, ਤੇ ਉਹਨਾਂ ਨੇ ਸਮਝਿਆ ਵੀ ਹੁਣ ਮੇਰੀਆਂ ਨਾੜਾਂ ਜਿਹੜੀਆਂ ਉਹ ਨਵੀਆਂ ਪੈ ਗਈਆਂ, ਅੱਗੇ ਨਾਲੋਂ ਵੀ ਜ਼ਿਆਦਾ ਮੈਂ ਤਾਕਤਵਰ ਹੋ ਗਈ ਹਾਂ,
ਤੇ ਨਾ ਪਰਹੇਜ਼ ਕਰਨ ਦੀ ਵਜ੍ਹਾ ਲਾ ਲਓ ਜਾਂ ਕਰਮਾਂ ਦਾ ਹਿਸਾਬ ਕਿਤਾਬ ਲਾ ਲਓ, ਉਹ ਮਾਤਾ ਨੂੰ ਫਿਰ ਦੁਬਾਰਾ ਹਾਰਟ ਅਟੈਕ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਮਾਤਾ ਦੇ ਸਟੰਟ ਪਏ ਤੇ ਇਹ 2020 ਦੇ ਵਿੱਚ ਕੋਵਿਡ ਦੇ ਕਰਕੇ ਥੋੜ੍ਹਾ ਜਿਹਾ ਮਾਤਾ ਢਿੱਲੀ ਮੱਠੀ ਹੋ ਗਈ ਤੇ ਹਾਰਟ ਦੀ ਵੀ ਪ੍ਰੋਬਲਮ ਜਿਹੜੀ ਵੱਧ ਗਈ ਤੇ ਫਿਰ ਅਸੀਂ ICU ਦੇ ਵਿੱਚ ਮਾਤਾ ਨੂੰ ਐਡਮਿਟ ਕਰਾਇਆ ਤੇ ਉਹਨਾਂ ਨੇ ਕਿਹਾ ਵੀ ਨਹੀਂ ਵੀ ਮਾਤਾ ਹੁਣ ਤੁਹਾਡੀ ਮੁਸ਼ਕਲ ਆ, ਤੁਸੀਂ ਇਹਨੂੰ ਘਰ ਲੈ ਜਾਓ। ਇਹ ਜਿਹੜੀ ਕਿਤਾਬ ਆ ਜੀ ਇਹਦੇ ਵਿੱਚ ਮੈਂ ਪੂਰਾ ਜ਼ਿਕਰ ਕੀਤਾ 1 ਮਹੀਨਾ 10 ਦਿਨ ਦਾ ਕਿ ਮੇਰੀ ਮਾਤਾ ਨੂੰ ਹਸਪੀਟਲ ਦੇ ਵਿੱਚ ਮੈਂ ਕਿੱਦਾਂ ਦੇ ਦਿਨ ਕੱਟੇ। ਜਦੋਂ ਕਿਸੇ ਨੂੰ ਇਹ ਗੱਲ ਕਹੀ ਜਾਵੇ ਰਾਧਿਕਾ ਜੀ ਕਿ ਤੇਰੀ ਜਿਹੜੀ ਮਾਤਾ ਹੁਣੇ 5-6 ਦਿਨ ਦੀ ਮਹਿਮਾਨ ਆ ਤੇ ਤੁਸੀਂ ਘਰ ਲੈ ਜਾਓ, ਤੇ ਮੇਰੇ ਮੁਤਾਬਕ ਜੇ ਮੇਰੀ ਸੋਚ ਦੇ ਮੁਤਾਬਕ ਕਿ ਪੁੱਤ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਆ ਕਿ ਜਦੋਂ ਉਹਦੀ ਮਾਂ ਨੂੰ ਕਹਿਤਾ ਵੀ ਤੇਰੀ ਮਾਂ 5 ਦਿਨ ਹੈਗੀ ਆ ਤੇ ਇਹ ਤੋਂ ਬਾਅਦ ਉਹ ਰੱਬ ਨੂੰ ਪਿਆਰੀ ਹੋ ਜਾਣੀ ਆ। ਤੇ ਉਹ ਫਿਰ ਇਸ ਕਰਕੇ ਮੈਨੂੰ ਜਿਹੜਾ ਉਹ ਨਾਂ ਦਿੱਤਾ ਕਿ ਮੇਰੀ ਮਾਂ ਨੂੰ ਜਿਹੜਾ ਇਹ ਦੂਜਾ ਜਨਮ ਜਿਹੜਾ ਉਹ ਮਿਲਿਆ ਦੁਬਾਰਾ। ਹਾਂਜੀ, ਕੋਵਿਡ ਨੇ ਬਹੁਤ ਹੀ ਵਧੀਆ ਸਬਕ ਸਾਨੂੰ ਸਿਖਾਏ ਨੇ। ਹਰ ਇੱਕ ਚੀਜ਼ ਦੇ ਮੈਰਿਟਸ ਤੇ ਡੀਮੈਰਿਟਸ ਹੁੰਦੇ ਨੇ, ਲਾਭ ਤੇ ਹਾਨੀਆਂ। ਸੋ ਕੋਵਿਡ ਦੇ ਵਿੱਚ ਕਈ ਇਹੋ ਜਿਹੇ ਕੇਸਿਸ ਵੀ ਸਾਹਮਣੇ ਆਏ ਨੇ, ਕੋਈ DSP ਕੋਈ SSP ਜਿਹੜੇ ਵੱਡੇ ਰੁਤਬਿਆਂ ਤੇ ਵੱਡੀ ਸ਼ਖਸੀਅਤਾਂ ਕੰਮ ਕਰਦੀਆਂ ਨੇ, ਉਹ ਡੈੱਡ ਬੋਡੀ ਨਹੀਂ ਲੈਣਗੇ ਮਾਵਾਂ ਦੀ ਆਪਣੀ। ਤੇ ਜਿਵੇਂ ਤੁਸੀਂ ਲੰਡਨ ਵੀ ਰਹਿੰਦੇ ਹੋ, ਬਾਹਰ ਵੀ ਰਹਿੰਦੇ ਹੋ, ਹੈ ਨਾ, ਤੁਸੀਂ ਜ਼ਿਕਰ ਕੀਤਾ ਸੀ ਆਪਣੀ ਲਾਈਫ ਦਾ। ਹਰ ਇੱਕ ਇਨਸਾਨ ਬਹੁਤ ਬਿਜ਼ੀ ਹੈ ਆਪਣੀ ਲਾਈਫ ਦੇ ਵਿੱਚ, ਵਿਹਲੇ ਬੰਦੇ ਕੋਲ ਵੀ ਟਾਈਮ ਨਹੀਂ ਹੈ। ਸੋ ਤੁਸੀਂ ਇੰਨਾ ਸਮਾਂ ਆਪਣੀ ਮਾਂ ਨੂੰ ਦਿੱਤਾ। ਅੱਜ ਕੱਲ੍ਹ ਜਿਹੜੇ ਲੋਕਾਂ ਕੋਲ 4 ਪੈਸੇ ਹੁੰਦੇ ਨਾ, ਉਹ ਬਾਹਰੋਂ ਪੇਸ਼ੈਂਟ ਕੇਅਰ ਵਾਲੇ ਸੱਦ ਲੈਂਦੇ ਨੇ ਕਿ ਉਹੀ ਕੇਅਰ ਕਰੂੰਗੇ। ਈਵਨ ਕੋਵਿਡ ਨੇ ਤਾਂ ਇਹ ਵੀ ਸਿਖਾਤਾ, ਫੂਕਣ ਵਾਲੇ ਵੀ ਬਾਹਰੋਂ ਆ ਜਾਂਦੇ ਨੇ, ਕੋਵਿਡ ਦੀ ਟੀਮ ਵੀ ਫੂਕ ਦਿੰਦੀ ਹੈ। ਸੋ ਕੀ ਕਹਿਣਾ ਚਾਹੁੰਦੇ ਹੋ, ਇੰਨਾ ਟਾਈਮ ਤੁਸੀਂ ਕਿੰਨਾ ਜੁੜੇ ਹੋਏ ਹੋ ਆਪਣੀ ਮਾਂ ਨਾਲ, ਤੇ ਉਹ ਲੋਕ ਜਿਹੜੇ ਡੈੱਡ ਬੋਡੀਜ਼ ਨਹੀਂ ਲੈਣ ਜਾਂਦੇ, ਈਵਨ ਕ੍ਰੀਮੇਸ਼ਨ ਤੇ ਮਤਲਬ ਸੰਸਕਾਰ ਵੀ ਨਹੀਂ ਆਪ ਕਰਦੇ, ਜਿਨ੍ਹਾਂ ਮਾਵਾਂ ਨੂੰ ਪੁੱਤਾਂ ਦੀ ਅੱਗ ਤੱਕ ਨਹੀਂ ਨਸੀਬ ਹੁੰਦੀ। ਕੀ ਕਹਿਣਾ ਚਾਹੁੰਦੇ ਹੋ, ਇਹਨੂੰ ਕਿਵੇਂ ਦੇਖਦੇ ਹੋ? ਰਾਧਿਕਾ ਜੀ, ਮੇਰਾ ਇੱਕ ਦੋਸਤ ਆ ਸ਼ਾਹਿਰ ਪੱਟੀ, ਨੌਜਵਾਨ ਹਜੇ ਨਵਾਂ ਸਾਡੀ ਸਾਹਿਤ ਸਭਾ ਦੇ ਵਿੱਚ ਆਇਆ, ਤੇ ਉਹਨੇ 2 ਲਾਈਨਾਂ ਮਾਂ ਬਾਰੇ ਲਿਖੀਆਂ, ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਕਿ ਸੱਚੀ ਘਰ ਨਹੀਂ ਹੁੰਦਾ, ਸੱਚੀ ਘਰ ਨਹੀਂ ਹੁੰਦਾ, ਜੇ ਮਾਂ ਹੋਵੇ ਤੇ ਸਾਨੂੰ ਕਿਸੇ ਦਾ ਡਰ ਨਹੀਂ ਹੁੰਦਾ। ਮਾਂ ਬਹੁਤ ਵੱਡੀ ਸ਼ਖਸੀਅਤ ਆ ਜੀ, ਪਰ ਰਾਧਿਕਾ ਜੀ ਇਹ ਸਮਝਣ ਵਾਲੀ ਗੱਲ ਆ। ਪਰ ਮੇਰੇ ਲਈ ਜਿਹੜੀ ਮੇਰੀ ਮਾਂ ਵਾ ਉਹ ਦੂਜਾ ਰੱਬ ਆ। ਆਪਾਂ ਕਿਤਾਬਾਂ ਜਦੋਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਸਕੂਲ ਦੇ ਵਿੱਚ, ਤੇ ਉਹ ਆਂਦੇ ਹੁੰਦੇ ਸੀ ਜੀ ਰੱਬ ਤੋਂ ਬਾਅਦ ਕੀ ਹੁੰਦਾ ਜੀ, ਰੱਬ ਤੋਂ ਬਾਅਦ ਸਾਡੇ ਮਾਂ-ਬਾਪ ਹੁੰਦੇ ਆ। ਤੇ ਤੁਸੀਂ ਬਿਲਕੁਲ ਸਹੀ ਗੱਲ ਕਹੀ ਇਹ ਗੱਲ ਵੀ ਪਤਾ ਨਹੀਂ ਕੀ ਸਾਡੇ ਸਮਾਜ ਨੂੰ ਦਿਨ ਬ ਦਿਨ ਹੋ ਰਿਹਾ ਕਿ ਮਾਵਾਂ ਨਾਲ ਪਿਓਾਂ ਨਾਲ ਇੱਦਾਂ ਦਾ ਜਿਹੜਾ ਅਸੀਂ ਮਾੜਾ ਰਵੱਈਆ ਇਹ ਕਰ ਰਹੇ ਹਾਂ ਕਿ ਨਹੀਂ ਜੀ ਉਹਨਾਂ ਦੀ ਪ੍ਰਾਪਰਟੀਆਂ ਲਿਖਾ ਲੈਣੀਆਂ, ਬਾਅਦ 'ਚ ਮਾਵਾਂ ਨੂੰ ਆਸ਼ਰਮ ਛੱਡ ਦੇਣਾ। ਤੇ ਸਹੀ ਗੱਲ ਇਹ ਮੇਰੀ ਸਮਝ ਤੋਂ ਤੇ ਬਾਹਰ ਆ ਰਾਧਿਕਾ ਜੀ। ਮੈਨੂੰ ਇਹਦੇ ਬਾਰੇ ਕੁਛ ਨਹੀਂ ਮੈਂ ਸੋਚ ਸਕਦਾ ਕਿ ਲੋਕਾਂ ਦੀ ਕੀ ਸੋਚ ਹੋ ਚੁੱਕੀ ਆ ਜਾਂ ਸਾਡਾ ਸਮਾਜ ਜਿਹੜਾ ਵਾ ਉਹ ਕਿਸ ਬੰਨੇ ਨੂੰ ਜਾ ਰਿਹਾ ਵਾ, ਇਹ ਮੇਰੀ ਸਮਝ ਤੋਂ ਸੱਚੀ ਬਾਹਰ ਆ। ਹਾਂਜੀ, ਇੱਕ ਵਧੀਆ ਮੁਕਾਮ ਤੇ ਕੰਮ ਕਰ ਰਹੇ ਹੋ, ਬਹੁਤ ਬਿਜ਼ੀ ਸ਼ਡਿਊਲ ਹੈ, ਫਿਰ ਵੀ ਆਪਣੀ ਮਾਂ ਦੇ ਕੋਲ 1 ਮਹੀਨਾ 10 ਦਿਨ ਰੁਕੇ ਹੋ। ਸੁਣਾਇਆ ਤੁਸੀਂ ਗੱਲਾਂ, ਹੱਥ ਫੜ ਕੇ ਗੱਲਾਂ ਕੀਤੀਆਂ ਜਦ ਕਿ ਉਹ ਰਿਸਪੌਂਸ ਵੀ ਨਹੀਂ ਦਿੰਦੇ ਸੀ। ਸੋ ਕਿਵੇਂ ਇੰਨਾ ਟਾਈਮ ਕੱਢਿਆ ਉਹਨਾਂ ਦੇ ਲਈ? ਇਹ ਰਾਧਿਕਾ ਜੀ, ਮਾਂ ਲਈ ਤੇ ਆਪਾਂ ਆਪਣਾ ਜਿਹੜਾ ਸਾਰਾ ਜੀਵਨ ਵੀ ਲਾ ਦਈਏ ਤੇ ਮੈਂ ਨਾ ਉਹ ਵੀ ਥੋੜਾ। ਮਾਂ ਇੱਕ ਇਹੋ ਜਿਹੀ ਸ਼ਖਸੀਅਤ ਹੈ ਕਿ ਜਿਹਨੇ ਸਾਨੂੰ ਗਿੱਲੇ ਤੋਂ ਸੁੱਕੇ ਕੀਤਾ। ਉਹ ਆਪ ਗਿੱਲੀ ਜਗ੍ਹਾ ਤੇ ਪੈ ਗਈ ਰਾਤ ਤੇ ਸਾਨੂੰ ਸੁੱਕੀ ਜਗ੍ਹਾ ਤੇ ਪਾਇਆ, ਆਪਾਂ ਉਹਦਾ ਦੇਣਾ ਨਹੀਂ ਦੇ ਸਕਦੇ। ਬਾਕੀ ਟਾਈਮ ਦੀ ਗੱਲ ਰਹੀ, ਮੇਰੀ ਸੋਚ ਦੇ ਮੁਤਾਬਕ ਸਾਡੇ ਕੋਲ ਦਿਨ ਦੇ ਵਿੱਚ 24 ਘੰਟੇ ਹੁੰਦੇ ਆ, ਤੇ ਮੈਂ ਸਾਰਿਆਂ ਨੂੰ ਆਪਣੇ ਸਰੋਤਿਆਂ ਨੂੰ ਇਹੋ ਗੱਲ ਕਹਿਣਾ ਚਾਹੂੰਗਾ ਕਿ 24 ਘੰਟਿਆਂ ਦੇ ਵਿੱਚ ਜੇ ਅਸੀਂ 24 ਮਿੰਟ ਵੀ ਮਾਂ-ਬਾਪ ਨੂੰ ਦਿੰਦੇ ਆ ਨਾ, ਉਹ ਇੰਨੇ 'ਚ ਖੁਸ਼ ਆ। ਉਹਨਾਂ ਨੇ ਇਹਨੇ ਕਹਿਣਾ ਵੀ ਸਾਡਾ ਪੁੱਤ ਸਾਡੀ ਧੀ ਸਾਡੇ ਨਾਲ ਆ। ਮਾਂ-ਬਾਪ ਨੂੰ ਤੁਹਾਡਾ ਪੈਸਾ ਨਹੀਂ ਚਾਹੀਦਾ, ਮਾਂ-ਬਾਪ ਨੂੰ ਤੁਹਾਡੀ ਜਾਇਦਾਦ ਨਹੀਂ ਚਾਹੀਦੀ, ਮਾਂ-ਬਾਪ ਨੂੰ ਕੋਈ ਲਾਲਚ ਨਹੀਂ ਤੁਹਾਡੇ ਤੋਂ। ਮਾਂ-ਬਾਪ ਇੱਕੋ ਚੀਜ਼ ਆਪਣੇ ਪੁੱਤਾਂ ਤੋਂ ਧੀਆਂ ਤੋਂ ਲੈਣਾ ਚਾਹੁੰਦਾ ਵਾ, ਉਹ ਇਕੱਲਾ ਪਿਆਰ, ਟਾਈਮ, 2 ਘੜੀਆਂ ਦੁੱਖ ਸੁੱਖ ਸਾਂਝਾ ਕਰਨਾ। ਮਾਂ ਮੈਂ ਬਾਹਰੋਂ ਆ ਗਿਆ, ਅੱਛਾ ਪੁੱਤ ਬਾਹਰੋਂ ਆਇਆ ਤੂੰ, ਚਾਹ ਪਾਣੀ ਪੀਤਾ, ਨਾ ਧੋ ਲੈ, ਇੰਨੇ 'ਚ ਸਾਰਾ ਤਖੇਵਾ ਲੱਥ ਜਾਂਦਾ, ਮਾਂ ਦਾ ਵੀ ਤੇ ਪੁੱਤ ਦਾ ਵੀ।
ਇਹ ਸਮਝਣ ਦੀ ਗੱਲ ਹੈ ਰਾਧਿਕਾ ਜੀ। ਹੁਣ ਮੈਂ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈਗੇ ਕਿ ਮੈਂ ਉਹਨਾਂ ਲੋਕਾਂ ਨੂੰ ਕਿੱਦਾਂ ਘੁਲ ਕੇ ਪਿਆ ਦਾਂ ਜਿਹੜੀਆਂ ਮਾਵਾਂ ਦੀਆਂ ਬੇਕਦਰੀਆਂ ਕਰ ਰਹੇ ਆ। ਅੱਜ ਤੁਸੀਂ ਚੰਡੀਗੜ੍ਹ ਦੇ ਵਿੱਚ ਵੇਖ ਲਓ ਟ੍ਰੈਫਿਕ ਲਾਈਟਾਂ ਉੱਤੇ ਉਹ ਜਦੋਂ ਬਜ਼ੁਰਗ ਮਾਵਾਂ ਉਹ ਸ਼ੀਸ਼ੇ ਨੂੰ ਨੌਕ ਕਰ ਕਰਕੇ ਆਂਦੀਆਂ ਕਿ ਬੇਟਾ ਕੁਛ ਦੇ ਦਿਓ, ਤੇ ਸੱਚੀ ਦਿਲ ਬਹੁਤ ਦੁਖਦਾ ਵਾ ਕਿ ਇਹ ਵੀ ਕਿਸੇ ਦੀਆਂ ਮਾਵਾਂ ਵਾ, ਪਰ ਅੱਜ ਸੜਕਾਂ ਤੇ 2-2 4-4 5-5 ਰੁਪਈਆਂ ਵਾਸਤੇ ਰੁਲ ਰਹੀਆਂ ਵਾ। ਮਹਿਸੂਸ ਤੇ ਹੁੰਦਾ ਵਾ, ਪਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹੋ ਕਹਿਣਾ ਚਾਹੁੰਦਾ ਵਾਂ ਕਿ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਮਾਵਾਂ ਦਾ ਸਤਿਕਾਰ ਕਰੋ। ਮਾਵਾਂ ਦਾ ਸਤਿਕਾਰ ਕਰੋਗੇ ਤੇ ਉਹ ਰੱਬ ਦਾ ਸਤਿਕਾਰ ਆਏ। ਤੁਸੀਂ ਰੱਬ ਨੂੰ ਮੱਥਾ ਨੱਕ ਰਗੜ ਕੇ ਉਹ ਸੰਬੋਧਿਤ ਕਰਦੇ ਹਾਂ ਕਿ ਅਸੀਂ ਰੱਬਾ ਤੇਰੇ ਅੱਗੇ ਨੱਕ ਵੀ ਰਗੜਨ ਦੇ ਹਾਂ, ਤੈਨੂੰ ਸੰਬੋਧਿਤ ਵੀ ਕਰਨ ਦੇ ਹਾਂ, ਆਪਾਂ ਸਭ ਕੁਝ ਫੁੱਲ ਲਪੇਟ ਕਰਦੇ ਹਾਂ ਗੁਰੂ ਮਹਾਰਾਜ ਅੱਗੇ। ਪਰ ਮੇਰੇ ਹਿਸਾਬ ਨਾਲ ਉਹ ਵਿਅਰਥ ਆ। ਜੇ ਤੁਹਾਡੀ ਮਾਂ ਜਾਂ ਬਾਪ ਤੁਹਾਡੇ ਉੱਥੋਂ ਤੰਗ ਆ ਤੇ ਅਸੀਂ ਗੁਰੂ ਮੰਦਰਾਂ ਪੀਰਾਂ ਦੇ ਵਿੱਚ ਜਾ ਕੇ ਵੀ ਅਸੀਂ ਮੱਥਾ ਟੇਕਣਾ, ਮੇਰੇ ਹਿਸਾਬ ਨਾਲ ਉਹ ਗਲਤ ਆ ਇਹ ਵੀ ਚੀਜ਼ ਜੀ। ਬਿਲਕੁਲ ਸਹੀ ਗੱਲ ਕਹੀ ਤੁਸੀਂ। ਅੱਜ ਕੱਲ੍ਹ ਜੇ ਦੇਖਿਆ ਜਾਵੇ ਜਿੰਨੇ ਵੀ ਅਨਾਥ ਆਸ਼ਰਮ ਹੈ, ਜੇ ਉੱਥੇ ਅਸੀਂ ਜਾ ਕੇ ਮਿਲੀਏ ਤਾਂ ਜਿੰਨੇ ਵੀ ਉੱਥੇ ਬਜ਼ੁਰਗ ਹੁੰਦੇ ਨੇ ਕਰੋੜਪਤੀ ਹੁੰਦੇ ਨੇ ਉਹ। ਤੇ ਕਿਸੇ ਦਾ ਇੱਕ ਸਟੋਰੀ ਵੀ ਬੜੀ ਫੇਮਸ ਹੋਈ ਸੀ, ਮੁੰਡਾ ਅਮਰੀਕਾ ਚੱਲ ਗਿਆ ਮਾਂ ਨੂੰ ਬਾਹਰ ਬਿਠਾ ਕੇ, ਏਅਰਪੋਰਟ ਦੇ ਬਾਹਰ ਬਿਠਾ ਕੇ, ਤੇ ਕਿਸੇ ਰਿਕਸ਼ੇ ਚਲਾਉਣ ਵਾਲੇ ਦੇ ਮਾਂ-ਬਾਪ ਅਨਾਥ ਆਸ਼ਰਮ 'ਚ ਨਹੀਂ ਹੁੰਦੇ ਕਿ ਜ਼ਿਆਦਾ ਪੜ੍ਹ ਲਿਖ ਕੇ ਦਿਮਾਗ ਖਰਾਬ ਹੋ ਜਾਂਦਾ ਕਿ ਅਨਾਥ ਆਸ਼ਰਮਾਂ 'ਚ ਛੱਡ ਆਉਂਦੇ ਆਪਣੇ ਮਾਪਿਆਂ ਨੂੰ। ਮੇਰੀ ਸੋਚ ਦੇ ਮੁਤਾਬਕ ਤੇ ਇਹੋ ਹੀ ਆ ਜੀ। ਤੁਸੀਂ ਜਿੰਨੇ ਕੇਸਿਸ ਕੱਢ ਕੇ ਵੇਖ ਲਓ, ਜਿਹੜੇ ਲਾਇਰ ਲਾ ਲਓ ਜਾਂ ਵੱਡੇ IPS ਆਫੀਸਰ ਲਾ ਲਓ, ਜੋ ਵੇਖਿਆ ਜਾਵੇ ਤੇ ਮੈਂ ਪਿੱਛੇ ਚੈਨਲ ਤੇ ਇੱਕ ਇੰਡੀਆ TV ਤੇ ਚੈਨਲ ਤੇ ਵਿਖਾ ਰਹੇ ਸੀ, ਕੋਈ IPS ਆਫੀਸਰ ਆ, ਉਹਨੇ ਆਪਣੀ ਮਾਂ ਨੂੰ ਬਿਰਧ ਆਸ਼ਰਮ ਦੇ ਵਿੱਚ ਰੱਖਿਆ ਆ, ਤੇ ਜਦੋਂ ਉਹ ਪਤਾ ਲੱਗਾ ਕਿ ਇਹ ਏਡੇ ਵੱਡੇ ਅਫਸਰ ਦੀ ਮਾਂ ਜਿਹੜੀ ਆ ਉਹ ਬਿਰਧ ਆਸ਼ਰਮ 'ਚ ਰਹਿ ਰਹੀ, ਤੇ ਵਾਕਿਆ ਸ਼ਰਮ ਵਾਲੀ ਗੱਲ ਆ। ਸਾਡੇ ਸਮਾਜ ਨੂੰ ਸ਼ਰਮ ਵਾਲੀ ਗੱਲ ਆ ਕਿ ਪੈਸਾ ਢੇਲਾ ਹੋਣ ਦੇ ਬਾਵਜੂਦ ਆ ਮਾਂ ਦੀਆਂ ਜਿਹੜੇ 2 ਨਵਾਲੇ ਮਾਂ ਖਾਂਦੀ ਆ, ਉਹ ਇੰਨਾ ਬੋਝ ਬਣ ਗਿਆ ਤੁਹਾਡੇ ਤੇ, ਤੁਸੀਂ ਉਹਨੂੰ ਸਮਝ ਨਹੀਂ ਸਕਦੇ। ਸਹੀ ਗੱਲ ਹੈ, ਸਮਝ ਤੋਂ ਬਾਹਰ ਆ ਜੀ। ਬਿਲਕੁਲ। ਜ਼ਿੰਦਗੀ ਦਾ ਜ਼ਿਕਰ ਕਰਦੇ ਹਾਂ, ਕਿਵੇਂ ਸ਼ੁਰੂਆਤ ਹੋਈ ਕੈਰੀਅਰ ਦੀ? ਸ਼ੁਰੂਆਤ ਜ਼ਿੰਦਗੀ ਦੀ ਵੇਖੋ ਜੀ, ਫਿਰ ਗੱਲ ਉੱਥੇ ਘੁੰਮ ਕੇ ਰਾਧਿਕਾ ਜੀ ਆ ਗਈ। ਸ਼ੁਰੂਆਤ ਤੇ ਮਾਂ ਦੇ ਨਾਲ ਹੀ ਹੋਈ ਜੀ। ਮਾਂ ਨੇ ਜਨਮ ਦਿੱਤਾ ਤੇ ਅਸੀਂ ਇਹ ਜਿਹੜਾ ਇੰਨਾ ਸੋਹਣਾ ਸੰਸਾਰ ਆ ਇਹ ਵੇਖਣ ਦਾ ਮੌਕਾ ਮਿਲਿਆ ਮਾਂ ਦੀ ਵਜ੍ਹਾ ਕਰਕੇ। ਹਾਂਜੀ, ਸੰਸਾਰ ਵੈਸੇ ਬਹੁਤ ਸੋਹਣਾ, ਹੁਣ ਲੋਕਾਂ ਨੂੰ ਥੋੜਾ ਜਿਹਾ ਗੰਦਾ ਕਰਤਾ। ਕਲਯੁਗ ਹੈ, ਸੋਹਣਾ ਥੋੜਾ ਰਿਹਾ ਨਹੀਂ। ਸਹੀ ਗੱਲ ਹੈ। ਓਕੇ, ਸੋ ਕਰੀਅਰ ਤੇ ਥੋੜਾ ਚਾਨਣਾ ਪਾਓ, ਕੀ ਕਰਦੇ ਹੋ? ਕਿੰਨੇ ਕੁ ਪ੍ਰੋਜੈਕਟ ਕਰ ਚੁੱਕੇ ਹੋ ਤੇ ਕਿੰਨੇ ਕੁ ਆਉਣ ਵਾਲੇ ਪ੍ਰੋਜੈਕਟ ਨੇ? ਇਹ ਰਾਧਿਕਾ ਜੀ, ਅਸਲ ਦੇ ਵਿੱਚ ਜੋ ਮੇਰੀ ਸ਼ੁਰੂਆਤ ਹੋਈ ਉਹ ਇੱਕ ਮੈਂ ਥੀਏਟਰ ਤੋਂ ਗੁਰਸ਼ਰਨ ਭਾਜੀ ਜੋ ਮੇਰੇ ਜਿਹੜੇ ਉਹ ਉਸਤਾਦ ਨੇ, ਜਿਹਨੂੰ ਆਪਾਂ ਭਾਈ ਮੰਨਾ ਸਿੰਘ ਜੀ ਵੀ ਆਉਂਦੇ ਆ, ਇਹ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਉਹ ਸ਼ਾਂਤੀ ਤੇ ਵਾਕਿਆ ਰਹਿਣੀ ਆ ਕਿ ਉਹਨਾਂ ਨੇ ਲੋਕਾਂ ਦੀਆਂ ਜਿੰਨਾ ਚਿਰ ਵੀ ਉਹਨਾਂ ਨੇ ਕੰਮ ਕੀਤਾ ਤੇ ਇੰਡਸਟਰੀ ਦੇ ਵਿੱਚ ਕੋਈ ਵੀ ਇਹੋ ਜਿਹਾ ਉਹਨਾਂ ਨੇ ਨਾਟਕ ਨਹੀਂ ਦਿੱਤਾ ਕਿ ਜਿਸ ਵਿੱਚ ਸਾਨੂੰ ਸੇਧ ਨਾ ਮਿਲ ਸਕੇ। ਤੇ ਉਹਨਾਂ ਨੇ ਮੇਰੇ ਅੰਦਰ ਕੀੜਾ ਜਿਹੜਾ ਉਹ ਥੀਏਟਰ ਦਾ ਪਾ ਦਿੱਤਾ। ਆਪਾਂ ਥੀਏਟਰ ਕਰਨਾ ਚਾਲੂ ਕਰ ਦਿੱਤਾ। ਉਹ ਫਿਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਆਪਾਂ ਫਿਲਮਾਂ ਵੱਲ ਹੱਥ ਜਮਾ ਲਿਆ। ਜਿਸ ਤਰ੍ਹਾਂ ਮੈਂ ਰੀਸੈਂਟਲੀ ਹੁਣ ਫਿਲਮ ਬਣਾਈ ਆ ਨਸ਼ਾ 2 ਬਣਾਈ ਆ। ਮੈਂ ਵੀ ਕੋਸ਼ਿਸ਼ ਦਿਨ ਬ ਦਿਨ ਰਾਧਿਕਾ ਜੀ ਕਰਦਾ ਰਹਿੰਦਾ ਕਿ ਜਿਹੜੀ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਆ ਉਹਨੂੰ ਕੁਛ ਸੋਧ ਦਿੱਤੀ ਜਾਵੇ। ਪਰ ਸੋਧ ਜਿਹੜੀ ਹੁਣ ਮੈਂ ਘਰ ਘਰ ਜਾ ਕੇ ਪੰਜਾਬ ਦੇ ਇਹ ਨਹੀਂ ਕਹਿ ਸਕਦਾ ਕਿ ਭਾਈ ਨਸ਼ੇ ਮਾੜੇ ਆ, ਪਰ ਜੇ ਇੱਕ ਡਾਇਰੈਕਟਰ ਦੀ ਨਜ਼ਰ ਨਾਲ ਵੇਖਿਆ ਜਾਵੇ ਕਿ ਉਹਦਾ ਦਿਮਾਗ ਜਾਂ ਉਹਦੀ ਸੋਚ ਇਹੋ ਹੁੰਦੀ ਕਿ ਮੈਂ ਇਹੋ ਜਿਹੀ ਚੀਜ਼ ਲੋਕਾਂ ਵਿੱਚ ਲਿਆਵਾਂ ਜਿਹੜੀ ਘਰ ਘਰ ਲੋਕ ਵੇਖਣ। ਕਿਉਂਕਿ ਇੱਕ ਸੋਸ਼ਲ ਮੀਡੀਆ ਬੜੀ ਵੱਡੀ ਚੀਜ਼ ਹੋ ਗਈ ਆ। ਹਰ ਇੱਕ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਦੇ ਹੱਥ ਵਿੱਚ ਫੋਨ ਹੁੰਦਾ ਵਾ, ਤੇ ਉਹ ਵੇਖੋ ਜੀ, ਤੁਸੀਂ ਵੇਖੋ ਤੇ ਬਸ ਕਮਾਈ ਜਾਂਦਾ ਹਰ ਇੱਕ ਬੰਦਾ। ਕੋਈ ਨਾ ਕੋਈ ਚੀਜ਼ ਅਸੀਂ ਜਦੋਂ ਉਹ ਚੈਨਲ ਦੇ ਮਾਧਿਅਮ ਰਾਹੀਂ ਸਾਡੀ ਫਿਲਮ ਵੇਖਣਗੇ ਤੇ ਉਹ ਪਤਾ ਲੱਗਦਾ ਕਿ ਨਸ਼ਾ ਜਿਹੜਾ ਉਹ ਸਮਾਜ ਨੂੰ, ਸਾਡੇ ਪੰਜਾਬ ਨੂੰ ਕਿੱਦਾਂ ਦਿਨ ਬ ਦਿਨ ਘੁਣ ਲਾ ਕੇ ਖਾਈ ਜਾ ਰਿਹਾ। ਤੇ ਮੇਰੀਆਂ ਇਹੋ ਜਿਹੇ ਜਿਹੜੇ ਉਪਰਾਲੇ ਮੇਰੇ ਰਹਿੰਦੇ ਆ ਕਿ ਮੈਂ ਕੋਈ ਅੱਛਾ ਮੈਸੇਜ ਆਪਣੇ ਪੰਜਾਬੀਆਂ ਨੂੰ ਦੇਵਾਂ, ਆਪਣੇ ਨੌਜਵਾਨਾਂ ਨੂੰ ਦੇਵਾਂ। ਤੇ PS ਆਰਟ ਐਂਡ ਕਲਚਰ ਸੁਸਾਇਟੀ ਦਾ ਮੈਂ ਪ੍ਰੈਜ਼ੀਡੈਂਟ ਹਾਂ ਜੀ। PS ਫਿਲਮ ਦਾ ਮੈਂ MD ਹਾਂ ਜੀ। ਇੱਕ ਮੇਰੀ ਸਿੰਗਾਪੁਰ ਬ੍ਰਾਂਚ ਆ ਜੀ, ਉਹਦਾ ਵੀ ਮੈਂ ਪ੍ਰੈਜ਼ੀਡੈਂਟ ਆ। ਤੇ ਮੇਰੇ ਇਹੋ ਹੀ ਉਪਰਾਲੇ ਰਹਿੰਦੇ ਆ ਕਿ ਮੈਂ ਇਹੋ ਜਿਹਾ ਕੰਮ ਕਰਾਂ ਜਿਹਦੇ ਵਿੱਚ ਮੇਰੀ ਆਤਮਾ ਜਿਹੜੀ ਉਹ ਖੁਸ਼ ਹੋਵੇ। ਜਿਹੜੀ ਮੇਰੀ ਆਤਮਾ ਨਹੀਂ ਖੁਸ਼ ਹੁੰਦੀ ਉਹ ਕੰਮ ਮੈਂ ਨਹੀਂ ਕਰਦਾ ਜਿਹੜੀ ਮਰਜ਼ੀ ਵੱਡੀ ਕੋਈ ਮੈਨੂੰ ਆਫਰ ਦੇਵੇ ਜੀ। ਸੋਸ਼ਲ ਮੀਡੀਆ ਦਾ ਜ਼ਿਕਰ ਕੀਤਾ ਹੈ। ਅੱਜ ਕੱਲ੍ਹ ਜਿਵੇਂ ਲੋਕਡਾਊਨ ਹੋਇਆ, YouTube ਤੇ ਦੁਕਾਨਾਂ ਖੁੱਲ੍ਹ ਗਈਆਂ ਲੋਕਾਂ ਦੀਆਂ। ਇੰਨੀਆਂ ਦੁਕਾਨਾਂ ਖੁੱਲ੍ਹ ਗਈਆਂ। ਫਿਰ ਜਦੋਂ ਇੰਨਾ ਜ਼ਿਆਦਾ ਕੰਪੀਟੀਸ਼ਨ ਹਾਈ ਲੈਵਲ ਦਾ ਹੋ ਗਿਆ ਹੈ ਨਾ, ਫਿਰ ਉਹਦੇ 'ਤੇ ਥੰਬਨੇਲਸ, ਅੱਜ ਕੱਲ੍ਹ ਥੰਬਨੇਲ ਜਿਹੜੇ ਕਿ ਆਕਰਸ਼ਿਤ ਕਰਦੇ ਨੇ ਚੀਜ਼ ਨੂੰ, ਮਤਲਬ ਉੱਥੇ ਲੋਕਾਂ ਨੇ ਬਹੁਤ ਜ਼ਿਆਦਾ ਗੰਦ ਪਾਉਣਾ ਸ਼ੁਰੂ ਕਰ ਦਿੱਤਾ। ਇਹੋ ਜਿਹੀਆਂ ਚੀਜ਼ਾਂ ਤੁਸੀਂ ਇਕੱਲੇ ਬੈਠ ਕੇ ਦੇਖ ਸਕਦੇ ਹੋ, ਬਟ ਫੈਮਿਲੀ ਨਾਲ ਨਹੀਂ ਦੇਖ ਸਕਦੇ ਹੋ।
ਤੁਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਹੋ, ਇਹੋ ਜਿਹੇ ਥੰਬਨੇਲ ਲਗਾ ਕੇ, ਜੇ ਤੁਹਾਡੇ ਬੱਚੇ ਉਹ ਚੀਜ਼ਾਂ ਦੇਖ ਲੈਣ ਉਹਨਾਂ ਤੇ ਕੀ ਅਸਰ ਪਵੇ। ਸੋ ਇਹਨਾਂ ਚੀਜ਼ਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਲੋਕਾਂ ਨੂੰ ਐਕਟਿੰਗ ਦਾ ਇਹ ਵੀ ਨਹੀਂ ਆਉਂਦਾ, ਉਹ ਵੀ ਐਕਟਰ ਬਣੇ ਹੋਏ ਨੇ, ਪਿੰਡਾਂ ਵਿੱਚ ਬੈਠ ਕੇ ਬਹੁਤ ਜ਼ਿਆਦਾ ਮਤਲਬ ਕਰ ਰਹੇ ਨੇ ਤੇ ਵਧੀਆ ਚੱਲ ਵੀ ਰਹੀ ਹੈ, ਉਹਨਾਂ ਦੀ ਦੁਕਾਨ ਚੱਲ ਰਹੀ ਆ, ਕਿਉਂਕਿ ਉਹ ਗੰਦ ਨੂੰ ਪ੍ਰਮੋਟ ਕਰ ਰਹੇ ਨੇ, ਹੈ ਨਾ, ਗੰਦੀ ਚੀਜ਼ ਚੱਲ ਰਹੀ। ਪਰ ਬਾਬਾ ਬੁੱਲੇ ਸ਼ਾਹ ਜੀ ਨੇ ਕਿਹਾ ਬੁਰੇ ਰਸਤੇ ਕਦੇ ਨਾ ਜਾਵੀਂ, ਚਾਹੇ ਮੰਜ਼ਿਲ ਕਿੰਨੀ ਵੀ ਦੂਰ ਹੋਵੇ। ਸੋ ਇਹਨਾਂ ਥੰਬਨੇਲਸ ਨੂੰ ਕਿਵੇਂ ਦੇਖਦੇ ਹੋ ਤੁਸੀਂ, ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਨੇ ਸਿਰਫ ਇੱਕ ਪੈਸੇ ਦੇ ਲਾਲਚ ਦੇ ਵਿੱਚ, ਇੱਕ ਦੁਕਾਨ ਚਲਾਉਣ ਦੇ ਚੱਕਰ 'ਚ? ਰਾਧਿਕਾ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ, ਪਰ ਮੈਨੂੰ ਇਸ ਚੀਜ਼ ਦਾ ਮਾਣ ਵੀ ਆ ਕਿ ਜਿੱਦਾਂ ਤੁਹਾਡੇ ਵਰਗੇ ਚੈਨਲ ਧੀਮਾਨ ਚੈਨਲ ਆ, ਉਹ ਭਾਜੀ ਬਹੁਤ ਵਧੀਆ ਕੰਮ ਕਰ ਰਹੇ, ਜਾਂ ਮੈਂ ਤੁਹਾਡੇ ਚੈਨਲ ਡੇਲੀ ਵੇਖਦਾ ਰਹਿੰਦਾ, ਤੁਹਾਡੀਆਂ ਇੰਟਰਵਿਊਜ਼ ਜਾਂ ਤੁਸੀਂ ਜੋ ਵੀ ਕਵਰੇਜ ਕਰਦੇ ਜੇ, ਜਿੰਨਾ ਚਿਕਰ ਤੁਹਾਡੇ ਵਰਗੇ ਲੋਕ ਸਮਾਜ 'ਚ ਬੈਠੇ ਆ ਤੇ ਇਹਨਾਂ ਥੋੜ੍ਹੇ ਜਿਹੇ ਮੁੱਠੀ ਭਰ ਲੋਕਾਂ ਨਾਲ ਕੋਈ ਫਰਕ ਨਹੀਂ ਪੈਣਾ। ਤੇ ਜਿੱਦਾਂ ਆਪਾਂ ਲਾ ਲਈਏ ਵੀ ਜਿੱਦਾਂ ਥੋੜ੍ਹੇ ਜਿਹੇ ਲੋਕ ਚੰਗੇ ਵੀ ਹੁੰਦੇ ਆ ਤੇ ਮਾੜੇ ਵੀ ਹੁੰਦੇ ਆ, ਇਹ ਸੰਸਾਰ ਇਦਾਂ ਹੀ ਚੱਲਦਾ ਆਇਆ ਵਾ। ਪਰ ਮੈਂ ਤੁਹਾਡਾ ਧੰਨਵਾਦ ਕਰਦਾ ਭਾਜੀ ਧਮਾਨ ਦਾ ਕਿ ਉਹ ਬੜਾ ਵਧੀਆ ਉਪਰਾਲਾ ਕਰ ਰਹੇ ਆ, ਬੜੀਆਂ ਵਧੀਆ ਚੀਜ਼ਾਂ ਨੂੰ ਅੱਗੇ ਲੈ ਕੇ ਆਉਂਦੇ ਆ ਜਿਨ੍ਹਾਂ ਨੂੰ ਸਾਨੂੰ ਸੋਧ ਮਿਲਦੀ ਆ, ਵਧੀਆ ਲੱਗਦਾ। ਪਰ ਜਿਹੜੇ ਉਹ ਜਿੱਦਾਂ ਤੁਸੀਂ ਦੱਸਿਆ YouTube 'ਤੇ ਵਾਕਿਆ ਹੀ ਬਹੁਤ ਚੈਨਲ ਖੁੱਲ੍ਹ ਚੁੱਕੇ YouTube ਦੇ ਉੱਤੇ ਵੀ, ਤੇ ਉਹ ਲੋਕ ਆਪਣੇ ਆਪ ਨੂੰ ਥੋੜ੍ਹਾ ਜਿਹਾ, ਜਿੱਦਾਂ ਮੈਂ ਵੇਖਦਾ ਕਿ ਕੁੜੀਆਂ ਜਦੋਂ YouTube 'ਤੇ ਪਾਉਂਦੀਆਂ ਵੀਡੀਆਂ, ਥੋੜ੍ਹਾ ਜਿਹਾ ਆਪਣੀ ਬੋਡੀ ਦਾ ਪ੍ਰਦਰਸ਼ਨ ਕਰਕੇ ਵੀ ਮੁੰਡੇ ਲਾਈਕ ਕਰਨ ਉਹਨਾਂ ਨੂੰ ਜਾਂ ਕਮੈਂਟ ਦੇਣ, ਇਹ ਚੀਜ਼ ਨੂੰ ਮੈਂ ਨਿੰਦਕਯੋਗ ਹੈ, ਇਹ ਨਿੰਦਕਯੋਗ ਆ। ਇਸ ਚੀਜ਼ ਦੀ ਮੈਂ ਉਲੰਘਣਾ ਕਰਦਾ ਕਿ ਨਹੀਂ ਹੋਣਾ ਚਾਹੀਦਾ। ਸਾਡੀਆਂ ਧੀਆਂ ਭੈਣਾਂ ਨੂੰ ਕੁਛ ਸ਼ਰਮ ਦੀ ਜਿਹੜੀ ਆ ਇਹ ਦਾਇਰਾ ਵਾ, ਉਹਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਵਾ। ਇਹ ਕਮੈਂਟ, ਇਹ ਸਬਸਕ੍ਰਾਈਬਰ, ਇਹ ਵਿਊ ਲੈਣ ਵਾਸਤੇ ਇਸ ਤਰ੍ਹਾਂ ਦੀਆਂ ਤੁੱਛ ਜਿਹੀਆਂ ਹਰਕਤਾਂ ਕਰਨੀਆਂ, ਇਹ ਮਾੜੀਆਂ ਸਮਾਜ ਵਾਸਤੇ ਜੀ, ਕਿਉਂਕਿ ਸ਼ਰਮ ਕੁੜੀਆਂ ਦਾ ਗਹਿਣਾ ਹੁੰਦੀ ਤੇ ਸਾਦਗੀ ਤੋਂ ਸੋਹਣਾ ਕੁਝ ਵੀ ਨਹੀਂ। ਓਕੇ, ਸੋ ਜਿਹੜੇ ਕਿ ਹੁਣ ਨਵੇਂ ਡਾਇਰੈਕਟਰ ਪ੍ਰੋਡਿਊਸਰਸ ਬਣੇ ਨੇ, ਜਿਹੜੇ ਕਰ ਰਹੇ ਨੇ, ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ YouTube ਤੇ, ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਵੀ ਕਿਵੇਂ ਕੰਮ ਕਰਨ ਲੱਗੇ ਤੋਂ ਥੰਬਨੇਲਸ ਤੇ? ਮੈਂ ਇਹਨਾਂ ਨੂੰ ਇਹੋ ਕਹਿਣਾ ਚਾਹੂੰਗਾ ਵੀ ਬਿਲਕੁਲ ਜ਼ਰੂਰ ਤੁਸੀਂ ਕੰਮ ਕਰੋ। ਮੈਂ ਉਹਨਾਂ ਦੀ ਸਪੋਰਟ ਵਿੱਚ ਆ ਕਿ ਕੰਮ ਜੇ ਉਹ ਬੱਚੇ ਨੇ YouTube ਚੈਨਲ ਖੋਲ੍ਹਿਆ ਜਾਂ ਕੁਛ ਨਾ ਕੁਛ ਉਹ ਕਰ ਰਿਹਾ, ਕਰਨ, ਮੁਬਾਰਕ ਆ ਜੀ ਸਦਕੇ, ਪਰ ਚੰਗੀਆਂ ਚੀਜ਼ਾਂ ਸਮਾਜ ਨੂੰ ਦੇਣ, ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਜਿਹੜੀਆਂ ਆਪਣੀਆਂ ਮਾਂ ਦੇ ਵਿੱਚ, ਭੈਣ ਦੇ ਵਿੱਚ, ਬੀਵੀ ਦੇ ਵਿੱਚ, ਪਰਿਵਾਰ 'ਚ ਬਹਿ ਕੇ ਵੇਖੀਆਂ ਜਾਣ, ਇੱਦਾਂ ਦੀਆਂ ਚੀਜ਼ਾਂ ਲਿਆਉਣ। ਪਰ ਇਸ ਤਰ੍ਹਾਂ ਦੀ ਜਿਹੜੀ ਸ਼ਾਰਟ ਲਾਈਫ ਆ ਉਹ ਥੋੜ੍ਹੇ ਸਮੇਂ ਵਾਸਤੇ ਹੁੰਦੀ ਆ, ਤੇ ਜਦੋਂ ਬੱਚਾ ਮੈਚਿਓਰ ਹੋ ਜਾਂਦਾ ਵਾ ਨਾ, ਫਿਰ ਉਹਨੂੰ ਆਪਣੇ ਆਪ 'ਚ ਸ਼ਰਮ ਆਉਣੀ ਚਾਲੂ ਹੋ ਜਾਂਦੀ ਆ ਕਿ ਮੈਂ ਪਿੱਛੇ ਕੀ ਕਰਦਾ ਰਿਹਾ। ਪਰ ਮੇਰਾ ਇਹੋ ਹੀ ਇਹਨਾਂ ਨੂੰ ਕਹਿਣਾ ਵਾ ਕਿ ਚੰਗੀਆਂ ਚੀਜ਼ਾਂ ਲੈ ਕੇ ਆਓ ਜਿਹੜੀਆਂ ਸਮਾਜ ਨੂੰ ਸੇਧ ਦੇਣ। ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਕੋਈ ਮੰਤਰੀ ਬਣ ਕੇ ਜਾਂ MLA ਬਣ ਕੇ ਅਸੀਂ ਸਮਾਜ ਸੁਧਾਰਨਾ ਵਾ। ਸਮਾਜ ਸੁਧਾਰ ਕਰਨ ਲਈ ਹਰ ਇੱਕ ਜੀ ਘਰ ਦਾ ਸਮਾਜ ਨੂੰ ਸੁਧਾਰ ਸਕਦਾ ਜੇ ਅਸੀਂ ਸਮਝੀਏ ਤੇ ਮੇਰੇ ਹਿਸਾਬ ਨਾਲ ਜੇ YouTube ਉਹਨਾਂ ਨੇ ਚੈਨਲ ਖੋਲ੍ਹਿਆ ਵਾ ਤੇ ਉਹ ਆਪਣੇ ਚੈਨਲ ਰਾਹੀਂ ਚੰਗੀਆਂ ਚੀਜ਼ਾਂ ਅਗਲੇ ਬੰਨੇ ਦੇਣ, ਉਹ ਵੀ ਇੱਕ ਸਮਾਜ ਵਰਕ ਹੀ ਆ ਉਹਨਾਂ ਦਾ ਜੀ। ਪੰਜਾਬੀ ਮਾਂ ਬੋਲੀ ਦੀ ਬੜੀ ਹਿਮਾਇਤ ਕਰਦੇ ਹੋ ਤੁਸੀਂ, ਜੀ ਬਿਲਕੁਲ। ਕਿਸਾਨੀ ਸੰਘਰਸ਼ ਨੂੰ ਕਿੰਨੀ ਕੁ ਹਾਈਪ ਦਿੰਦੇ ਹੋ, ਕਿਸਾਨੀ ਸੰਘਰਸ਼ ਦੇ ਨਾਲ ਕਿੰਨਾ ਕੁ ਜੁੜੇ ਹੋਏ ਹੋ? ਪੰਜਾਬੀ ਮਾਂ ਬੋਲੀ ਦੀ ਰਾਧਿਕਾ ਜੀ ਤੁਸੀਂ ਗੱਲ ਕਰਦੇ ਆ ਤੇ ਚੰਡੀਗੜ੍ਹ ਨੂੰ ਜੇ ਆਪਾਂ ਲੈ ਲਈਏ ਤੇ 27 ਪਿੰਡ ਸਾਡੇ ਉਜਾੜ ਕੇ ਤੇ ਚੰਡੀਗੜ੍ਹ ਦਾ ਜਿਹੜਾ ਵਾ ਉਹ ਬਣਿਆ, ਤੇ ਅੱਜ ਚੰਡੀਗੜ੍ਹ ਵਾਲੇ ਆਂਦੇ ਆ ਜੀ ਇਹ ਇੱਥੇ ਪੰਜਾਬੀ ਮਾਂ ਬੋਲੀ ਲਾਗੂ ਹੀ ਨਹੀਂ ਹੋਣੀ, ਇਹ ਜੀ ਇਹ ਤੀਜਾ ਇਹਨੂੰ ਰੈਂਕ ਦਿੱਤਾ ਜਾਊਗਾ ਜੀ ਪੰਜਾਬੀ ਮਾਂ ਬੋਲੀ ਨੂੰ। ਪਰ ਅਸੀਂ ਉਹਨਾਂ ਭਲਿਆਂ ਮਾਨਸਾਂ ਨੂੰ ਪੁੱਛਣਾ ਚਾਹੁੰਦੇ ਆ ਕਿ 27 ਪਿੰਡ ਤੁਸੀਂ ਸਾਡੇ ਉਜਾੜ ਦਿੱਤੇ, ਤੇ ਅੱਜ ਤੁਸੀਂ ਆਂਦੇ ਆ ਕਿ ਜਿਹੜੀ ਇੱਥੇ ਜਗ੍ਹਾ ਬਣ ਗਈ ਆ ਉੱਥੇ ਪੰਜਾਬੀ ਮਾਂ ਬੋਲੀ ਤੁਸੀਂ ਬੋਲ ਨਹੀਂ ਸਕਦੇ, ਉਹ ਤੁਹਾਨੂੰ ਅਧਿਕਾਰ ਨਹੀਂ ਹੈਗਾ, ਇੱਥੇ ਹਿੰਦੀ ਚੱਲੂਗੀ, ਇੱਥੇ ਅੰਗਰੇਜ਼ੀ ਚੱਲੂਗੀ। ਮੈਂ ਰਾਧਿਕਾ ਜੀ ਹਿੰਦੀ ਤੇ ਅੰਗਰੇਜ਼ੀ ਨੂੰ ਮਾੜਾ ਨਹੀਂ ਆਉਂਦਾ, ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਮੈਨੂੰ ਕਾਫੀ ਮੌਕਾ ਜਾਣ ਲਈ ਮਿਲਿਆ, ਪਰ ਤੁਸੀਂ ਇਟਲੀ ਚਲ ਜਾਓ, ਤੁਸੀਂ ਜਰਮਨੀ ਚਲ ਜਾਓ, ਤੁਸੀਂ ਕੋਰੀਆ ਚਲ ਜਾਓ, ਤੁਸੀਂ ਜਾਪਾਨ ਚਲ ਜਾਓ, ਉਹਨਾਂ ਨੇ ਆਪਣੀ ਮਾਂ ਬੋਲੀ ਨੂੰ ਪਹਿਲ ਦੇ ਆਧਾਰ 'ਤੇ ਰੱਖਿਆ ਆ। ਮੈਂ ਕੋਰੀਆ ਗਿਆ ਜੀ, ਉੱਥੇ ਮੈਂ ਕਿਸੇ ਦੁਕਾਨ ਦੇ ਉੱਤੇ ਮੈਂ ਅੰਗਰੇਜ਼ੀ 'ਚ ਪੁੱਛਿਆ ਉਹਨਾਂ ਨੂੰ ਵੀ ਹਾਊ ਮੱਚ ਕਿੰਨੀ, ਤੋਂ ਮੇਰੇ ਮੂੰਹ ਵੱਲ ਵੇਖਣ ਡਿਆ ਪਿਆ, ਉਹ ਆਂਦਾ ਮੈਨੂੰ ਫੋਨ ਦੇ ਉੱਤੇ ਟ੍ਰਾਂਸਲੇਸ਼ਨ ਕਰਕੇ ਆਂਦਾ ਵੀ ਭਾਈ ਆਹ ਚੀਜ਼ ਆ। ਤੇ ਮੈਂ ਆਪਣੇ ਦੋਸਤ ਨਾਲ ਕਿਹਾ, ਮੈਂ ਕਿਹਾ ਯਾਰ ਇਹ ਇੰਨਾ ਵੀ ਨਹੀਂ ਸਮਝ ਸਕਦਾ ਵੀ ਹਾਊ ਮੱਚ ਇਹ ਕਿੰਨੇ ਦੀ ਆ, ਆਂਦਾ ਭਾਜੀ ਇਹਨਾਂ ਨੂੰ ਅੰਗਰੇਜ਼ੀ ਆਉਂਦੀ ਨਹੀਂ। ਇਹ ਆਪਣੀ ਪੰਜਾਬੀ ਮਾਂ ਬੋਲੀ ਨੂੰ ਹੀ ਜਿਹੜਾ ਜਿਸ ਤਰ੍ਹਾਂ ਅਸੀਂ ਰੱਖਣਾ ਚਾਹੀਦਾ, ਉਹਨਾਂ ਨੇ ਆਪਣੀ ਕੋਰੀਅਰ ਮਾਂ ਬੋਲੀ ਨੂੰ ਜਿਹੜਾ ਵਾ ਉਹ ਅਪਣਾ ਕੇ ਰੱਖਿਆ ਆ। ਉਹ ਆਂਦੇ ਠੀਕ ਹੈ ਅੰਗਰੇਜ਼ੀ ਤੁਹਾਡੀ ਹੈਗੀ ਆ, ਪਰ ਅਸੀਂ ਆਪਣੀ ਮਾਂ ਬੋਲੀ ਨਹੀਂ ਵਿਸਾਰ ਸਕਦੇ। ਤੁਸੀਂ ਵੇਖੋ ਅੱਜ ਕੱਲ੍ਹ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਜੀ, ਮੈਨੂੰ ਕਿਸੇ ਦੇ ਘਰ ਜਾਣ ਦਾ ਮੌਕਾ ਮਿਲਿਆ, ਉਹ ਉਹਨਾਂ ਦੇ ਬੱਚੇ ਉੱਥੇ ਘੁੰਮਦੇ ਫਿਰਦੇ ਸੀ, ਉਹ ਸ਼ਾਇਦ ਉਹਨੇ ਮੈਨੂੰ ਸ਼ੋਅ ਅਪ ਕਰਨ ਵਾਸਤੇ ਜੋ ਸਾਡੀ ਸੋਸਾਇਟੀ ਬਣਦੀ ਜਾ ਰਹੀ ਆ, ਉਹ ਆਂਦਾ ਬੇਟੇ ਕਿਆ ਕਰ ਰਿਹਾ ਤੂੰ, ਅਰੇ तेरी देखो नोजी चो रही है, तू नोजी को पूंछ अपनी को, अरे गिर जाएगा। मैं ਉਹਨੂੰ ਪੁੱਛਿਆ, ਮੈਂ ਕਿਹਾ ਭਾਜੀ
ਆਪਾਂ ਪੰਜਾਬੀ ਆ, ਆਪਾਂ ਪੰਜਾਬੀ ਮਾਂ ਬੋਲੀ 'ਚ ਗੱਲ ਕਰਨਾ ਤੁਸੀਂ ਸ਼ਰਮ ਮਹਿਸੂਸ ਕਰਦੇ ਆ? ਆਂਦਾ ਨਹੀਂ, ਬੱਚੇ ਆਪਣੇ ਹਿੰਦੀ ਸਕੂਲਾਂ 'ਚ ਪੜ੍ਹਦੇ ਆ, ਇਹ ਪੰਜਾਬੀ ਘੱਟ ਹੀ ਬੋਲਦੇ ਆ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟੇ ਤੇਰੇ ਕੋਲ ਫੋਨ ਆ, ਤੇਰਾ ਨੰਬਰ ਫੋਨ ਦਾ ਕੀ ਆ? ਮੈਂ ਮਜ਼ਾਕ ਵਿੱਚ ਗੱਲ ਕੀਤੀ। ਆਂਦਾ ਅੰਕਲ 98726। ਮੈਂ ਬੇਟੇ ਪੰਜਾਬੀ 'ਚ ਦੱਸ। ਆਂਦਾ ਪਾਪਾ ਉਹ ਕਿਤਨਾ ਹੁੰਦਾ ਹੈ? ਤੇ ਮੈਨੂੰ ਬੜੀ ਮਹਿਸੂਸ ਹੋਈ ਇਸ ਚੀਜ਼ ਦੀ ਗੱਲ ਕਿ ਯਾਰ ਸਾਡੇ ਪੰਜਾਬੀਆਂ ਦੇ ਘਰਾਂ ਵਿੱਚ ਬੱਚਿਆਂ ਨੂੰ ਮੋਬਾਈਲ ਦਾ ਨੰਬਰ ਨਹੀਂ ਲਿਖਾਉਣਾ ਆਉਂਦਾ ਪੰਜਾਬੀ ਵਿੱਚ, ਕਿ 98721 ਕਹਿਣ 'ਚ ਸ਼ਰਮ ਮਹਿਸੂਸ ਕਰਦੇ ਆ ਕਿ ਜਾਂ ਉਹਨਾਂ ਨੂੰ ਇਹ ਆਉਂਦਾ ਨਹੀਂ ਆ। ਇਹਦਾ ਕਸੂਰ ਕੀ ਹੈ? ਇਹਦੇ ਵਿੱਚ ਕਸੂਰ ਸਾਡੇ ਸਮਾਜ ਦਾ। ਅਸੀਂ ਇੰਗਲਿਸ਼ ਸਕੂਲਾਂ ਦੇ ਵਿੱਚ ਬੱਚੇ ਪਾ ਦਿੱਤੇ ਆ ਕਿ ਸਮਾਜ ਦੇ ਵਿੱਚ ਸਾਡਾ ਰੁਤਬਾ ਉੱਚਾ ਹੋਵੇ। ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਪੜ੍ਹਾਉਣਾ ਬੱਚਾ ਜਿਹੜਾ ਉਹ ਸ਼ਰਮ ਮਹਿਸੂਸ ਕਰਦੇ ਆ। ਤੁਸੀਂ ਵੇਖੋ ਕਿ ਮੈਨੂੰ ਕੋਈ ਪੁੱਛੇ ਕਿ ਯਾਰ ਤੇਰੇ ਬੱਚੇ ਕਿੱਥੇ ਪੜ੍ਹੇ ਆ, ਤੇ ਵਾਕਿਆ ਮੈਂ ਵੀ ਕਹੂੰਗਾ, ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਆ। ਅਗਲਾ ਆਂਦਾ ਯਾਰ ਤੂੰ ਐਡਾ ਵੱਡਾ ਬੰਦਾ, ਬੱਚੇ ਤੇਰੇ ਸਰਕਾਰੀ ਸਕੂਲ 'ਚ ਪੜ੍ਹਦੇ ਆ। ਤੇ ਜਦੋਂ ਅਸੀਂ ਕ੍ਰਿਸਚਨ ਸਕੂਲਾਂ 'ਚ ਬੱਚੇ ਪੜ੍ਹਾ ਰਹੇ ਹਾਂ ਜਾਂ ਇੰਗਲਿਸ਼ ਸਕੂਲਾਂ 'ਚ ਪੜ੍ਹਾ ਰਹੇ, ਭਾਈ ਉਹਨਾਂ ਨੇ ਤੇ ਫਿਰ ਆਪਣਾ ਇੰਗਲਿਸ਼ ਮੀਡੀਅਮ ਹੀ ਉਹਨਾਂ ਨੂੰ ਸਿਖਾਉਣਾ, ਉਹਨਾਂ ਨੇ ਪੰਜਾਬੀ ਮਾਂ ਬੋਲੀ ਦਾ ਕੁਝ ਨਹੀਂ ਸਿਖਾਉਣਾ। ਪੰਜਾਬੀ ਮਾਂ ਬੋਲੀ ਦਿਨ ਬ ਦਿਨ ਅਸੀਂ ਉੱਤੋਂ ਵਿਸਰ ਰਹੇ ਹਾਂ। ਮੇਰਾ ਇਹੋ ਹੀ ਉਪਰਾਲਾ ਰਹਿੰਦਾ ਵਾ ਕਿ ਅਸੀਂ ਆਪਣੀ ਪੰਜਾਬੀ ਜਿਹੜੀ ਮਾਂ ਬੋਲੀ ਆ, ਕਮ ਸੇ ਕਮ ਘਰਾਂ 'ਚ ਤੇ ਬੋਲੀਏ, ਆਪਾਂ ਆਪਣੇ ਪਰਿਵਾਰ ਦੇ ਵਿੱਚ ਤੇ ਬੋਲੀਏ। ਇਹ ਆਪਾਂ ਹਿੰਦੀ ਦੇ ਵਿੱਚ ਅੱਜ ਕਿਆ ਬਣਾਇਆ ਤੂਨੇ, ਅਸੀਂ ਇਹ ਵੀ ਪੁੱਛ ਸਕਦੇ ਹਾਂ, ਉਹ ਭਈਏ ਮਾਨਸੇ ਅੱਜ ਕੀ ਧਰਿਆ ਈ, ਅਸੀਂ ਉਹ ਮਹਿਸੂਸ ਕਰਦੇ ਹਾਂ। ਤੇ ਮੇਰੇ ਮੁਤਾਬਕ ਇਹ ਚੀਜ਼ ਜਿਹੜੀ ਉਹ ਗਲਤ ਆ। ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਆ, ਆਪਾਂ ਘਰਾਂ ਵਿੱਚ ਬੋਲਣੀ ਚਾਹੀਦੀ ਆ, ਤੇ ਸਮਾਜ ਵਿੱਚ ਵੀ ਹੋ ਸਕੇ ਜਿੱਥੋਂ ਤੱਕ ਉੱਥੋਂ ਤੱਕ ਪੰਜਾਬੀ ਮਾਂ ਬੋਲੀ 'ਚ ਗੱਲਬਾਤ ਕਰਨੀ ਚਾਹੀਦੀ ਹੈ ਜੀ। ਮਾਂ ਬੋਲੀ ਦਾ ਇੰਨਾ ਅਸਰ ਹੁੰਦਾ ਹੈ ਸਾਡੇ ਤੇ। ਇੱਕ ਸੋਧ ਰਾਹੀਂ ਪਤਾ ਕੀਤਾ ਗਿਆ ਸੀ ਕਿ ਜਾਪਾਨ ਦੇ ਵਿੱਚ ਜਦੋਂ ਕੋਈ ਬਜ਼ੁਰਗ ਮਰਦਾ ਹੈ, ਉਹ ਸਭ ਕੁਝ ਭੁੱਲ ਜਾਂਦੇ ਨੇ, ਕਈ ਵਾਰੀ ਈਵਨ ਆਪਣੇ ਬੱਚਿਆਂ ਨੂੰ ਵੀ ਭੁੱਲ ਜਾਂਦੇ ਨੇ, ਪਰ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਦੇ। ਸੋ ਮਾਂ ਬੋਲੀ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਕਿਸਾਨੀ ਸੰਘਰਸ਼ ਬਾਰੇ ਵੀ ਤੁਹਾਨੂੰ ਪੁੱਛਿਆ ਸੀ, ਕਿਸਾਨੀ ਸੰਘਰਸ਼ ਨੂੰ ਕਿੰਨੀ ਕੁ ਹਾਈਪ ਦਿੰਦੇ ਹੋ, ਕਿੰਨਾ ਕੁ ਜੁੜੇ ਹੋ ਕਿਸਾਨਾਂ ਨਾਲ? ਵੇਖੋ ਜੀ, ਕਿਸਾਨ ਜਿੱਦਾਂ ਇੱਕ ਸਰੀਰ ਦੇ ਵਿੱਚ ਦਿਲ ਹੁੰਦਾ, ਉਹ ਦਿਲ ਧੜਕਦਾ ਤੇ ਸਾਡੀ ਸਾਰੀ ਬੋਡੀ ਜਿਹੜੀ ਆ ਉਹਦੇ ਨਾਲ ਚੱਲਦੀ ਆ, ਦਿਲ ਦੇ ਨਾਲ। ਤੇ ਕਿਸਾਨ ਜਿਹੜਾ ਅੰਦੋਲਨ ਆ ਉਹ ਸਾਡੇ ਵਾਸਤੇ ਬਹੁਤ ਅਹਿਮੀਅਤ ਰੱਖਦਾ, ਸਾਡੇ ਪੰਜਾਬੀਆਂ ਵਾਸਤੇ, ਸਾਡੇ ਕਿਸਾਨ ਵੀਰਾਂ ਵਾਸਤੇ, ਜਿਹੜੇ ਧੁੱਪ ਮੀਂਹ ਗਰਮੀ ਦੇ ਵਿੱਚ ਲੱਗੇ ਹੋਏ ਆ ਤੇ ਫਿਰ ਵੀ ਉਹ ਸਰਕਾਰਾਂ ਨਾਲ ਸਰਕਾਰੇ ਦਰਬਾਰੇ ਮੱਥਾ ਲਾ ਕੇ ਬੈਠੇ ਆ। ਉਹਨਾਂ ਨੂੰ ਆਪਾਂ ਸਲੂਟ ਕਰਦੇ ਹਾਂ। ਸਲੂਟ ਕੀ, ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਕਿ ਜਿਨ੍ਹਾਂ ਨੇ ਅੱਜ ਤੱਕ ਆ ਪਿੱਛੇ ਮੀਂਹ ਪੈਂਦਾ ਸੀ ਚੰਡੀਗੜ੍ਹ ਦੇ ਵਿੱਚ, ਤੇ ਮੈਂ ਮਟਕਾ ਚੌਂਕ ਦੇ ਵਿੱਚ ਇੱਕ ਬਾਪੂ ਵੇਖਿਆ ਜਦੋਂ ਮੈਂ ਉੱਥੋਂ ਕ੍ਰੋਸ ਕੀਤਾ, ਤੇ ਉਹ ਮੀਂਹ ਦੇ ਵਿੱਚ ਬੈਠਾ ਹੋਇਆ ਸੀ, ਤੇ ਮੈਂ ਬਾਪੂ ਨੂੰ ਪ੍ਰਣਾਮ ਉਹਦੇ ਪੈਰੀ ਹੱਥ ਲਾ ਕੇ ਗਿਆ ਕਿ ਬਾਪੂ ਸਲੂਟ ਆ, ਤੈਨੂੰ ਜਜ਼ਬਾ ਵਾ, ਤੂੰ ਸਾਡੀ ਕੌਮ ਨੂੰ ਸੇਧ ਦੇ ਰਿਹਾ। ਤੇ ਮੈਂ ਕਿਸਾਨਾਂ ਬਾਰੇ ਕਹਿਣ ਲੱਗਾ ਤੇ ਰਾਧਿਕਾ ਜੀ ਮੇਰੇ ਕੋਲ ਲਫ਼ਜ਼ ਹੈ ਨਹੀਂ ਆ ਕਿ ਮੈਂ ਉਹਨਾਂ ਬਾਰੇ ਕੀ ਕਹਿ ਸਕਾਂ। ਬਸ ਪ੍ਰਣਾਮ ਤੇ ਸਲੂਟ ਕਰਦਾ ਉਹਨਾਂ ਦੇ ਜਜ਼ਬੇ ਨੂੰ ਕਿ ਉਹ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ ਹੀ ਪੰਜਾਬ ਪਰਤਣਗੇ ਜੀ। ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਸੰਘਰਸ਼ ਥੋੜਾ ਠੰਡਾ ਪੈ ਰਿਹਾ ਤੇ ਲੋਕਾਂ ਦੇ ਦਿਲਾਂ ਵਿੱਚ ਥੋੜਾ ਹੋ ਰਿਹਾ ਕਿ ਹਾਂ ਸੰਘਰਸ਼ ਹੁਣ ਠੰਡਾ ਪੈ ਗਿਆ ਤੇ ਸੰਘਰਸ਼ ਬਹੁਤ ਲੰਬਾ ਚਲਾ ਗਿਆ? ਉਹ ਤੁਹਾਡੀ ਗੱਲ ਬਿਲਕੁਲ ਰਾਧਿਕਾ ਜੀ ਠੀਕ ਆ, ਥੋੜਾ ਜਿਹਾ ਸੰਘਰਸ਼ ਲੰਮਾ ਹੋ ਗਿਆ, ਪਰ ਜਿਹੜੀ ਠੰਡੇ ਵਾਲੀ ਗੱਲ ਉਹ ਮੈਂ ਕੋਈ ਸਹਿਮਤ ਨਹੀਂ ਆ। ਠੰਡਾ ਨਹੀਂ ਪਿਆ। ਇਹ ਕਈ ਵਾਰੀ ਜਦੋਂ ਤੁਸੀਂ ਅੱਜ ਵੀ ਸਿੰਘੂ ਜਾਂ ਟਿਕਰੀ ਜਾ ਕੇ ਵੇਖੋ, ਰੌਣਕਾਂ ਉੱਦਾਂ ਹੀ ਲੱਗੀਆਂ ਹੋਈਆਂ ਵਾ, ਲੰਗਰ ਗੁਰੂ ਦੇ ਉੱਦਾਂ ਹੀ ਟੁੱਟ ਚੱਲਣ ਡਏ ਆ, ਟਰਾਲੀਆਂ ਓਨੀਆਂ ਹੀ ਆ, ਜਜ਼ਬਾ ਓਨਾ ਹੀ ਆ, ਨੌਜਵਾਨ ਓਨਾ ਹੀ ਆ। ਠੀਕ ਆ, ਅੱਜ ਕੱਲ੍ਹ ਥੋੜ੍ਹਾ ਜਿਹਾ ਸੋਸ਼ਲ ਮੀਡੀਆ 'ਤੇ ਉਹ ਚੀਜ਼ ਘੱਟ ਹੋਣ ਡੈ ਵੀ ਆ, ਕਿਉਂਕਿ ਸੋਸ਼ਲ ਮੀਡੀਆ ਇੱਕ ਇਹੋ ਜਿਹੀ ਚੀਜ਼ ਹੈਗੀ ਆ ਕਿ ਗਰਮ ਅਤੇ ਤੱਤੀਆਂ ਚੀਜ਼ਾਂ ਜਿਹੜੀਆਂ ਲੋਕ ਜ਼ਿਆਦਾ ਪਸੰਦ ਕਰਦੇ ਵੇਖਣਾ। ਹੁਣ ਉਹ ਥੋੜ੍ਹੀਆਂ ਜਿਹੀਆਂ ਟਿਕਰੀ ਬਾਰੇ ਜਾਂ ਸਿੰਘੂ ਬਾਰੇ ਉਹ ਘੱਟ ਪਾਉਣ ਡੈ ਪਏ ਆ, ਤੇ ਅਸੀਂ ਸਮਝ ਲਿਆ ਕਿ ਸ਼ਾਇਦ ਇਹ ਠੰਡਾ ਪੈ ਗਿਆ, ਪਰ ਇਹ ਠੰਡਾ ਨਹੀਂ ਪਿਆ। ਜੋਸ਼ ਤੇ ਉਹਨਾਂ ਹੀ ਨੌਜਵਾਨਾਂ ਵਿੱਚ ਜਿੰਨਾ ਅੱਜ ਤੋਂ ਸਾਲ ਪਹਿਲਾਂ ਸੀ ਜੀ। ਤੁਸੀਂ ਪੰਜਾਬੀ ਮਾਂ ਬੋਲੀ ਦੀ ਵੀ ਗੱਲ ਕੀਤੀ ਸੀ ਤੇ ਬਹੁਤ ਜੁੜੇ ਹੋਏ ਹੋ, ਤੁਸੀਂ ਮੈਲਬੌਰਨ ਵਿੱਚ ਰਹਿੰਦੇ ਹੋ। ਮੇਰੀ ਸਿਸਟਰ ਤੇ ਉਹਨਾਂ ਨੇ ਦੱਸਿਆ ਤੇ ਉਹਦੇ ਘਰ ਦੇ ਲਾਗੇ ਇੱਕ ਬਹੁਤ ਵੱਡਾ ਪੰਜਾਬੀ ਸਕੂਲ ਖੁੱਲ ਰਿਹਾ। ਸੋ ਕਿੰਨੀ ਵੱਡੀ ਗੱਲ ਹੈ, ਇੱਕ ਪੰਜਾਬੀ ਸਕੂਲ ਮੈਲਬੌਰਨ ਵਿੱਚ ਖੁੱਲ ਰਿਹਾ ਜਿੱਥੇ ਓਨਲੀ ਪੰਜਾਬੀ ਸਿਖਾਈ ਜਾਵੇਗੀ। ਕਿਵੇਂ ਦੇਖਦੇ ਹੋ? ਵੇਖੋ ਜੀ, ਮੈਲਬੌਰਨ ਲਾ ਲਓ ਤੁਸੀਂ, ਕੈਨੇਡਾ ਲਾ ਲਓ ਤੁਸੀਂ, ਲੰਡਨ ਲਾ ਲਓ ਤੁਸੀਂ, ਯੂਰਪ ਲਾ ਲਓ ਤੁਸੀਂ, ਜਿਹੜੇ ਉੱਥੋਂ ਦੇ ਪੰਜਾਬੀ ਬੈਠੇ ਆ ਨਾ, ਉਹ ਰੀਅਲੀ ਉਹਨਾਂ ਨੂੰ ਵੀ ਸਲੂਟ ਆ। ਉਹ ਸਲੂਟ ਇਸ ਕਰਕੇ ਆ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਬਕਾਇਦਾ ਸਕੂਲ ਕਰਾਇਆ ਐਵਰੀਡੇ। ਹਰ ਰੋਜ਼ ਸਕੂਲ ਦੇ ਵਿੱਚ ਬੱਚੇ ਜਾਂਦੇ ਆ 1 ਘੰਟਾ ਪੰਜਾਬੀ ਸਿੱਖਣ ਵਾਸਤੇ। ਗੁਰੂ ਘਰ ਕ੍ਰਿਗੀ ਮੈਲਬੌਰਨ ਦੇ ਵਿੱਚ ਗੁਰੂ ਘਰ ਕ੍ਰਿਗੀ ਬਣਿਆ। ਸਾਡੇ ਗੁਰੂ ਘਰ ਦੇ ਵਿੱਚ ਵੇਖ ਲਓ,
ਹਮੇਸ਼ਾ ਪੰਜਾਬੀ 'ਚ ਗੱਲ ਕਰਦੇ ਆ, ਕੋਈ ਅੰਗਰੇਜ਼ੀ ਦਾ ਕੋਈ ਵੀ ਅੱਖਰ ਯੂਜ਼ ਨਹੀਂ ਕਰਦੇ। ਗੁਰੂ ਦੇ ਲੰਗਰ ਵਿੱਚ ਛੋਟੇ ਛੋਟੇ ਬੱਚੇ ਆਉਂਦੇ ਆ। ਸਾਡੇ ਤੇ ਨੌਜਵਾਨਾਂ ਹੁਣ ਮੈਂ ਵੀ ਵਾਲ ਜੇ ਕੋਨਾ ਮੋਨਾ ਜਿਹਾ ਬਣਿਆ ਹੋਇਆ ਵਾਂ, ਪਰ ਸਾਡੇ ਉੱਥੇ ਗੁਰੂ ਘਰਾਂ 'ਚ ਵੇਖੀਏ ਛੋਟੇ ਬੱਚਿਆਂ ਨੇ ਸਿੱਖੀ ਸਰੂਪ ਵਿੱਚ ਆ। ਉਹਨਾਂ ਨੇ ਉਹ ਪੁਰਾਣੇ ਕਲਚਰ ਨੂੰ ਰੁਮਾਲ, ਮੈਂ ਗੁਰਦੁਆਰੇ ਜਦੋਂ ਵੇਖਦਾ ਤੇ ਜੂੜੇ ਦਾ ਕਰਕੇ ਤੇ ਉੱਤੇ ਚਿੱਟਾ ਰੁਮਾਲ ਫੁੱਲ ਉਹ ਬਣਾ ਕੇ ਜਿੱਦਾਂ ਕਰੋਸ਼ੀਏ ਨਾਲ ਸਾਡੀਆਂ ਮਾਵਾਂ ਆਉਂਦੀਆਂ ਹੁੰਦੀਆਂ ਸੀ। ਤੇ ਕਲਚਰ ਜਿਹੜਾ ਸਾਡੇ ਲੋਕਾਂ ਨੇ ਬਾਹਰ ਵਾਲਿਆਂ ਨੇ ਉਹ ਅਪਣਾ ਕੇ ਰੱਖਿਆ ਆ, ਤੇ ਅਸੀਂ ਵੈਸਟਰਨ ਨੂੰ ਅਪਣਾਈ ਜਾਂਦੇ ਆ ਪੰਜਾਬ ਵਾਲੇ, ਤੇ ਵੈਸਟਰਨ ਵਾਲੇ ਸਾਡੇ ਪੰਜਾਬ ਨੂੰ ਅਪਣਾਈ ਜਾਣੇ ਆ। ਕੰਮ ਕੁਝ ਉਲਟ ਪੁਲਟ ਜਿਹਾ ਚੱਲ ਰਿਹਾ ਹੋਵੇਗਾ ਜੀ, ਇਹ ਕੁਝ ਮੇਰੀ ਸਮਝ ਤੋਂ ਬਾਹਰ ਆ ਜੀ। ਸੋ ਫਸਟ ਬੁੱਕ ਆਈ ਹੈ ਤੁਹਾਡੀ ਮਾਂ ਦਾ ਪੁਨਰ ਜਨਮ, ਇਸ ਤੋਂ ਬਾਅਦ ਵੀ ਸੋਚਿਆ ਕੁਝ ਹੋਰ ਲਿਖਣਾ? ਬਿਲਕੁਲ ਜੀ, ਇਹ ਇੱਕ ਬੜਾ ਵੱਡਾ ਭੋਸ ਹੈ ਰਾਧਿਕਾ ਜੀ ਜਿਹੜਾ ਕਿਤਾਬ ਲਿਖਣ ਦਾ। ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਜੀ, ਮੈਮ ਦਵਿੰਦਰਪ੍ਰੀਤ ਦਾ ਤੇ ਰਾਜਵੀਰ ਕੌਰ ਦਾ ਤੇ ਭਾਜੀ ਬਲਕਾਰ ਜੀ ਦਾ, ਤੇ ਮੇਰੇ ਪਰਿਵਾਰ ਦਾ, ਮੇਰੇ ਵੱਡੇ ਭਰਾ ਪਰਵਿੰਦਰ ਸਿੰਘ ਸੰਧੂ ਦਾ, ਮੇਰੀ ਭੈਣ ਸੁਨੀਤਾ ਸੰਧੂ ਦਾ, ਮੇਰੀ ਇੰਗਲੈਂਡ ਵਾਲੀ ਭੈਣ ਜਿਹੜੀ ਆ ਆਸ਼ਾ ਸੰਧੂ ਦਾ, ਉਹਨਾਂ ਦਾ ਬੜਾ ਸਹਿਯੋਗ, ਮੇਰੇ ਪਰਿਵਾਰ ਮੈਂਬਰਾਂ ਦਾ, ਮੇਰੇ ਯਾਰਾਂ ਬੇਲੀਆਂ ਦਾ ਬਹੁਤ ਵੱਡਾ ਸਹਿਯੋਗ ਆ। ਤੇ ਇਸ ਕਿਤਾਬ ਨੂੰ ਜਿਹੜੀ ਸੋਧ ਸਦਾਈ ਦੇ ਵਿੱਚ ਮੇਰੇ ਨਾਲ ਦਿਨ ਰਾਤ ਬੈਠੇ ਰਹੇ ਆ ਉਹ ਮਨਜੀਤ ਕੌਰ ਮੀਤ, ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਆਪਣੇ, ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ। ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਵੀ ਸੁਣਾਉਣਾ ਚਾਹੁੰਦਾ ਕਿ ਮੀਂਹ ਬਹੁਤ ਪੈ ਰਿਹਾ ਸੀ ਤੇ ਮੈਨੂੰ ਆਂਦੇ ਬੇਟੇ ਅੱਜ ਤੂੰ ਕਿਤਾਬ ਲਿਖਣੀ ਆ, ਕੁਛ ਪੈਰੇ ਲਿਖਣੇ ਆ। ਮੈਂ ਕਿਹਾ ਜੀ ਮੈਂ ਲਿਖਣੇ ਆ। ਆਂਦੇ ਮੈਂ ਕਿਹਾ ਮੀਂਹ ਬਹੁਤ ਪੈ ਰਿਹਾ ਵਾ। ਆਂਦੇ ਪੁੱਤ ਜਦੋਂ ਮਾਵਾਂ ਬਾਰੇ ਕੁਛ ਲਿਖਣਾ ਹੋਵੇ ਨਾ ਤੇ ਤੂਫਾਨ ਚੀਰ ਕੇ ਵੀ ਆ ਜਾਂਦਾ, ਤੂੰ ਮੀਂਹ ਤੋਂ ਡਰ ਗਿਆ? ਤੇ ਮੈਂ ਉਹਨਾਂ ਨੂੰ 12:30 ਵਜੇ ਰਾਤ ਮੈਂ ਉਹਨਾਂ ਨੂੰ ਸੈਕਟਰ 42 ਵਿੱਚੋਂ ਲੈ ਕੇ ਆਪਣੇ ਘਰ ਆਇਆ ਤੇ ਅਸੀਂ ਸਾਰੀ ਰਾਤ ਇਹ ਚਾਹ ਵੀ ਚੱਲਦੀ ਰਹੀ, ਨਾਲ ਕੁਝ ਲਿਖਦੇ ਵੀ ਰਹੇ, ਤੇ ਉਹਨਾਂ ਦਾ ਮੈਂ ਬੜਾ ਥੈਂਕਸ ਕਰਦਾ। ਇਹ ਜਿਹੜੇ ਇਹ ਕਿਤਾਬ ਲਿਖੀ ਜਾਂਦੀ ਆ ਉਹ ਇਕੱਲਾ ਨਹੀਂ ਲਿਖ ਸਕਦਾ, ਉਹ ਸਾਰਿਆਂ ਦੇ ਸਹਿਯੋਗ ਨਾਲ ਲਿਖੀ ਜਾਂਦੀ ਆ। ਕਈ ਵਾਰੀ ਉਹ ਪਰਦੇ ਦੇ ਪਿੱਛੇ ਹੁੰਦੇ ਆ ਤੇ ਉਹਨਾਂ ਦਾ ਬਹੁਤ ਸਹਿਯੋਗ ਹੁੰਦਾ ਵਾ, ਤੇ ਮੈਂ ਪਰਦੇ ਦੇ ਪਿੱਛੇ, ਪਰ ਮੈਂ ਚਾਹੁੰਦਾ ਵਾਂ ਕਿ ਉਹ ਜਿਹੜੇ ਪਰਦੇ ਦੇ ਪਿੱਛੇ ਆ ਉਹਨਾਂ ਦਾ ਬਹੁਤ ਸਹਿਯੋਗ ਆ। ਮੇਰਾ ਕੋਈ ਏਡਾ ਬਾਹਲਾ ਕੁਛ ਹੋਰ ਰੋਲ ਨਹੀਂ ਹੈਗਾ, ਪਰ ਪਰਦੇ ਦੇ ਪਿੱਛੇ ਵਾਲਿਆਂ ਦਾ ਜ਼ਿਆਦਾ ਸਹਿਯੋਗ ਹੈ ਜੀ। ਰਿਸ਼ਤਿਆਂ ਦੀ ਬਹੁਤ ਕਦਰ ਕਰਦੇ ਹੋ ਜੀ। ਜਦੋਂ ਬੰਦਾ ਇਕੱਲਾ ਰਹਿੰਦਾ, ਬਾਹਰ ਚਲ ਜਾਂਦਾ, ਫਿਰ ਪਤਾ ਲੱਗਦਾ ਰਿਸ਼ਤੇ ਕੀ ਹੁੰਦੇ ਆ। ਕਿਵੇਂ ਦੇਖਦੇ ਹੋ ਰਿਸ਼ਤਿਆਂ ਨੂੰ? ਮਾਂ ਨੂੰ ਬਹੁਤ ਪਿਆਰ ਕਰਦੇ ਹੋ, ਭੈਣਾਂ ਵੀ ਹੈ ਕਿ ਮਾਂ ਧੀਆਂ ਨੂੰ ਵੀ ਉਨਾ ਹੀ ਪਿਆਰ ਕਰਦੀ ਹੈ ਜਿੰਨੀ ਪੁੱਤਾਂ ਨੂੰ ਕਰਦੀ ਹੈ? ਜੇ ਤੇ ਮੈਂ ਆਪਣੀ ਮਾਂ ਬਾਰੇ ਗੱਲ ਕਰਾਂ ਜੀ, ਤੇ ਮੇਰੀ ਮਾਂ ਮੇਰੀਆਂ 2 ਭੈਣਾਂ ਜੀ, ਉਹਨਾਂ ਦੋਵਾਂ ਨੂੰ ਬਹੁਤ ਪਿਆਰ ਕਰਦੀ ਆ। ਇੱਕ ਮੇਰੀ ਭੈਣ ਇੰਗਲੈਂਡ ਆ ਤੇ ਇੱਕ ਇੱਥੇ ਆ। ਤੇ ਮੈਨੂੰ ਇਹ ਕਦੀ ਮਹਿਸੂਸ ਨਹੀਂ ਹੋਇਆ ਰਾਧਿਕਾ ਜੀ ਕਿ ਇਹ ਮਾਂ ਦੇ ਪਿਆਰ ਵਿੱਚ ਕੋਈ ਫਰਕ ਆਵੇ। ਮਾਂ ਪੁੱਤਾਂ ਨੂੰ ਵੀ ਓਨਾ ਹੀ ਪਿਆਰ ਕਰਦੀ ਆ ਤੇ ਧੀਆਂ ਨੂੰ ਵੀ ਓਨਾ ਪਿਆਰ ਕਰਦੀ ਆ। ਪਰ ਕਈ ਵਾਰੀ ਅੱਜ ਕੱਲ੍ਹ ਫਿਲਮਾਂ ਦੇ ਵਿੱਚ ਜਾਂ ਕਿਹਾ ਜਾਂਦਾ ਕਿ ਨਹੀਂ ਜੀ ਇਹ ਮਾਵਾਂ ਜਿਹੜੀਆਂ ਵਾ ਇਹ ਪੁੱਤਾਂ ਨੂੰ ਹੀ ਪਿਆਰ ਕਰਦੀਆਂ, ਇਹਨਾਂ ਨੂੰ ਕੁੱਖ 'ਚ ਮਾਰਿਆ ਜਾਂਦਾ ਵਾ। ਪਰ ਮੇਰੇ ਪਰਿਵਾਰ ਵਿੱਚ ਇੱਦਾਂ ਦਾ ਕੁਛ ਨਹੀਂ ਹੈਗਾ। ਜੇ ਮੇਰੀਆਂ ਭੂਆ ਲਾ ਲਓ ਜਾਂ ਮੇਰੀ ਮਾਂ ਲੈ ਲਓ ਤੇ ਜਾਂ ਮੇਰੀਆਂ ਭਰਜਾਈਆਂ ਲਾ ਲਓ, ਉਹ ਓਨਾ ਹੀ ਪਿਆਰ ਧੀਆਂ ਨੂੰ ਕਰਦੀਆਂ ਤੇ ਉਹਨਾਂ ਪੁੱਤਾਂ ਨੂੰ ਕਰਦੀਆਂ। ਸਾਡੇ ਪਰਿਵਾਰ ਵਿੱਚ ਕੋਈ ਇੱਦਾਂ ਦਾ ਧੀਆਂ ਪੁੱਤਾਂ ਦਾ ਨਹੀਂ ਹੈਗਾ ਜੀ। ਸ਼ੁਕਰ ਹੈ ਤੁਸੀਂ ਇਹੀ ਕਿਹਾ ਕਿ ਮੇਰੇ ਪਰਿਵਾਰ ਵਿੱਚ ਨਹੀਂ ਇੱਦਾਂ ਹੁੰਦਾ, ਪਰ ਦੁਨੀਆ 'ਚ ਬਹੁਤ ਹੁੰਦਾ। ਤਾਂ ਹੀ ਧੀਆਂ ਬਾਰੇ ਬਹੁਤ ਕੁਝ ਬਣਿਆ ਏ, ਤਾਂ ਹੀ ਧੀਆਂ ਨੂੰ ਕੁੱਖਾਂ ਵਿੱਚ ਮਰਾਇਆ ਜਾਂਦਾ। ਪਰ ਸਮਾਜ ਵਿੱਚ ਹੁਣ ਬਹੁਤ ਕੁਝ ਹੋਣ ਲੱਗ ਗਿਆ। ਜਿੱਥੇ 6-6 ਸਾਲ ਦੀ ਕੁੜੀ ਨਾਲ ਰੇਪ ਹੋਣ ਲੱਗ ਜਾਵੇ ਉੱਥੇ ਤਾਂ ਧੀ ਜੰਮਣ ਤੋਂ ਡਰ ਲੱਗਦਾ ਹੀ ਹੈ। ਕਿਆ ਬਾਹਰਲੇ ਦੇਸ਼ਾਂ ਵਿੱਚ ਵੀ ਇੱਦਾਂ ਹੁੰਦਾ ਹੈ? 6-6 ਸਾਲ ਦੀ ਕੁੜੀਆਂ ਨਾਲ ਰੇਪ ਕੇਸਿਸ ਹੋ ਰਹੇ ਨੇ? ਨਹੀਂ, ਇਸ ਤਰ੍ਹਾਂ ਦਾ ਉੱਥੇ ਕੁਝ ਨਹੀਂ ਜੀ, ਕਿਉਂਕਿ ਉੱਥੋਂ ਦੇ ਜਿਹੜੇ ਆਪਾਂ ਸਰਦਾਰੇ ਦਰਬਾਰੇ ਜਿਹੜੇ ਲੋਕ ਬੈਠੇ ਆ, ਜਾਂ ਜਿਹਨੂੰ ਆਪਾਂ ਕਹਿ ਦਈਏ ਕਿ ਉੱਥੋਂ ਦੇ ਰਾਸ਼ਟਰਪਤੀ ਜਾਂ ਪ੍ਰੈਜ਼ੀਡੈਂਟ ਕੋਈ ਵੀ ਬੈਠਾ, ਉਹਨਾਂ ਦਾ ਕਾਨੂੰਨ ਬੜਾ ਸਖਤ ਆ ਸਾਡੇ ਨਾਲੋਂ। ਜਿਹੜੇ ਸਾਡੇ ਕਾਨੂੰਨ ਆ, ਇਹ ਸਾਡੇ ਕਾਨੂੰਨਾਂ ਦੇ ਵਿੱਚ ਇਹ ਗੱਲ ਆ ਜੀ, ਜੇ ਕੋਈ ਗਲਤ ਕੰਮ ਕਿਸੇ ਨੇ ਕਰ ਵੀ ਦਿੱਤਾ ਤੇ ਕਿਸੇ ਵੱਡੇ ਮੰਤਰੀ ਦੀ ਸਿਫਾਰਿਸ਼ ਆ ਗਈ ਆ ਜੀ, ਇਹ ਮੇਰਾ ਵਰਕਰ ਆ ਜੀ, ਇਹਨੂੰ ਕੁਝ ਹੋਣਾ ਨਹੀਂ ਚਾਹੀਦਾ। ਉਹ ਥੱਲੇ ਵਾਲੇ ਥਾਣੇਦਾਰ ਜਾਂ ਹੋਇਆ ਜਾਂ ਕੋਈ ਵੀ ਅੰਦਰ ਹੋਇਆ, ਉਹਨੇ ਕਹਿਣਾ ਜੀ ਇਹ ਸਾਹਿਬ ਦੀ ਸਿਫਾਰਿਸ਼ ਵਾਲਾ ਬੰਦਾ ਵਾ, ਇਹ ਕੇਸ ਨੂੰ ਤੁਸੀਂ ਰਫਾ ਦਫਾ ਕਰ ਦਿਓ। ਮੈਨੂੰ ਹਜੇ ਵੀ ਚੇਤਾ, ਮੈਂ ਮੈਲਬੌਰਨ ਸੀ, ਮੇਰਾ ਇੱਕ ਫਰੈਂਡ ਆ, ਉਹਦਾ ਪਿੰਡ ਹੈਗਾ ਆਦਮਪੁਰ ਦੇ ਵਿੱਚ। ਛੋਟੇ ਸਾਡਾ ਕੋਈ ਪਰਿਵਾਰ ਸੀ ਤੇ ਉਹ ਕਿਸੇ ਮੁੰਡੇ ਨੇ ਉਹ ਇਸ ਤਰ੍ਹਾਂ ਦੀ ਹਰਕਤ ਛੋਟੀ ਕੁੜੀ ਨਾਲ ਕੀਤੀ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਇੱਦਾਂ ਕਰੋ ਜੀ, ਰੁਪਈਆ 5 ਲੱਖ ਲੈ ਲਓ ਤੇ ਇਸ ਕੁੜੀ ਨੂੰ ਰਫਾ ਦਫਾ ਕਰ ਲਓ। ਸਾਡੇ ਤੇ ਛੋਟੇ ਬੱਚਿਆਂ ਦੀਆਂ ਕੀਮਤਾਂ ਲਾ ਦਿੱਤੀਆਂ ਗਈਆਂ ਵਾ ਕਿ ਇਸ ਏਜ ਦੀ ਨਾ ਰੇਪ ਕਰ ਦਿਓ ਤੇ 5 ਲੱਖ ਦੇ ਦਿਓ, ਇਸ ਰੇਪ ਨਾ ਕਰ ਦਿਓ 7 ਲੱਖ ਦੇ ਦਿਓ। ਇਹਨਾਂ ਨੇ ਕੀਮਤਾਂ ਬੰਨ੍ਹ ਦਿੱਤੀਆਂ ਇਹਨਾਂ ਚੀਜ਼ਾਂ ਦੀਆਂ, ਰੇਪਾਂ ਦੀਆਂ। ਤੇ ਇਹ ਸਾਡੇ ਸਮਾਜ ਦੇ ਵਿੱਚ, ਮੈਂ ਇਹ ਨਹੀਂ ਆਉਂਦਾ ਕਿ ਇਹ ਮੰਤਰੀਆਂ ਦਾ ਜਾਂ ਸਾਡੀ ਪੁਲਿਸ ਦਾ ਵਾ, ਇਹ ਸਾਨੂੰ ਵੀ ਸ਼ਰਮਨਾਕ ਹੋਣਾ ਚਾਹੀਦਾ ਵਾ ਕਿ ਜਿਹੜੇ ਬੰਦਿਆਂ ਨੇ ਇਹੋ ਜਿਹੇ ਕੰਮ ਕਰਦੇ ਆ, ਮੇਰੀ ਸੋਚ ਦੇ ਮੁਤਾਬਕ, ਤੇ ਉਹਨਾਂ ਨੂੰ ਤੇ ਸਮਾਜ ਵਿੱਚ ਜੀਣ ਦਾ ਕੋਈ ਹੱਕ ਨਹੀਂ ਹੈਗਾ।
ਜੀ ਬਹੁਤ ਹੀ ਵਧੀਆ ਗੱਲ ਕੀਤੀ ਆ। ਲੇਖਕ ਦੇ ਰੂਪ ਦੇ ਵਿੱਚ ਹੁਣ ਸਮਾਜ ਦੇ ਸਾਹਮਣੇ ਆ ਰਹੇ ਹੋ। ਲੇਖਕ ਦੋ ਤਰ੍ਹਾਂ ਦੇ ਹੁੰਦੇ, ਜਾਂ ਤਾਂ ਉਹਨਾਂ ਨੂੰ ਆਮਦ ਹੁੰਦੀ ਆ, ਤਾਂ ਦੂਜੇ ਜਿਹੜੇ ਸੱਚ ਲਿਖਦੇ ਨੇ। ਕਿਸੇ ਨੇ ਕਿਸੇ ਤੋਂ ਪੁੱਛਿਆ ਕਿ ਮਿਰਚਾਂ ਕਦੋਂ ਲੱਗਦੀਆਂ, ਕਹਿੰਦੇ ਮਿਰਚਾਂ ਉਦੋਂ ਲੱਗਦੀਆਂ ਜਦੋਂ ਕੋਈ ਸੱਚ ਬੋਲਦਾ। ਬਿਲਕੁਲ ਸੋ ਹਮੇਸ਼ਾ ਸੱਚ ਹੀ ਲਿਖੋਗੇ, ਕਿਉਂਕਿ ਸੱਚ ਲਿਖਣਾ ਬੋਲਣਾ ਬਹੁਤ ਔਖਾ ਹੈ। ਸੱਚ ਹੀ ਲਿਖੋਗੇ ਹਮੇਸ਼ਾ। ਵੇਖੋ ਜੀ, ਮੇਰੀ ਕੋਸ਼ਿਸ਼ ਰਾਧਿਕਾ ਜੀ ਇਹੋ ਹੀ ਆ ਕਿ ਜੋ ਵੀ ਮੈਂ ਲਿਖਾਂ ਜਾਂ ਮੈਂ ਆਪਣੇ ਲੋਕਾਂ ਨੂੰ ਅਰਪਣ ਕਰਾਂ, ਜੋ ਵੀ ਚੀਜ਼ ਉਹ ਮੈਂ ਸੱਚਾਈ ਹੀ ਕਰਾਂ। ਤੇ ਜਿੱਦਣ ਮੈਨੂੰ ਲੱਗਿਆ ਕਿ ਮੈਂ ਸੱਚਾਈ ਨਹੀਂ ਲਿਖ ਸਕਦਾ ਤੇ ਮੈਂ ਉਦੋਂ ਤੋਂ ਲਿਖਣਾ ਬੰਦ ਕਰ ਦਾਂਗਾ। ਕਿਉਂਕਿ ਕਈ ਬਾਲੀਵੁੱਡ ਫਿਲਮਸ ਵੀ ਆਈਆਂ ਨੇ, ਸੱਚਾਈ ਤਾਂ ਪਤਾ ਹੀ ਹੁੰਦੀ, ਜਿਵੇਂ ਨਿਊਜ਼ ਆ ਜਾਂਦੀ ਹੈ, ਪਤਾ ਹੁੰਦੀ ਵੀ ਉਸ ਸ਼ਖਸੀਅਤ ਦੀ ਕਿੰਨੀ ਕੁ ਸੱਚਾਈ ਆ। ਪਰ ਉੱਥੇ ਜਦੋਂ ਫਿਲਮਸ ਆਉਂਦੀਆਂ ਨੇ ਆਟੋਬਾਇਓਗ੍ਰਾਫੀ, ਤਾਂ ਕੁਝ ਚੀਜ਼ਾਂ ਹਾਈਡ ਕਰ ਦਿੰਦੇ, ਪਰ ਦਰਸ਼ਕਾਂ ਨੂੰ ਪਤਾ ਹੁੰਦਾ ਵੀ ਫਲਾਣੇ ਦੇ ਤਾਂ ਇੰਨੇ ਵਿਆਹ ਹੋਏ ਸੀ, ਉਹਦੀ ਤਾਂ ਇਹ ਹੈ ਇੰਨੀਆਂ ਗਰਲਫ੍ਰੈਂਡਸ, ਪਰ ਫਿਲਮ 'ਚ ਇਹ ਨਹੀਂ ਦੱਸਿਆ ਗਿਆ। ਫਿਰ ਦਰਸ਼ਕ ਉੱਥੇ ਨਾਰਾਜ਼ ਹੋ ਜਾਂਦੇ ਨੇ, ਨਿਰਾਸ਼ ਹੋ ਜਾਂਦੇ ਨੇ। ਸੋ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਹੋਰ ਲੇਖਕ ਨੇ, ਨਵੇਂ ਉੱਭਰ ਰਹੇ ਨੇ, ਕਿ ਸੱਚ ਹੀ ਲਿਖਣਾ ਚਾਹੀਦਾ? ਜਿਵੇਂ ਬਾਬੇ ਨਾਨਕ ਨੇ ਕਿਹਾ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਪਰ ਅੱਜ ਕੱਲ੍ਹ ਲੋਕ ਝੂਠ ਦੇ ਮਾਰਗ ਤੇ ਚੱਲਦੇ ਨੇ, ਤੇ ਝੂਠ ਵਿਕਦਾ ਵੀ ਹੈ। ਸੱਚ ਵਿਕਦਾ ਨਹੀਂ ਸਰ, ਝੂਠ ਵਿਕਦਾ। ਅੱਜ ਕੱਲ੍ਹ ਵਾਕਿਆ ਇਹ ਗੱਲ ਤੁਹਾਡੀ ਠੀਕ ਹੈ ਕਿ ਥੋੜ੍ਹਾ ਜਿਹਾ ਝੂਠ ਦਾ ਬੋਲਬਾਲਾ ਵਾ, ਪਰ ਜਿਹੜੇ ਚੰਗੇ ਲੋਕ, ਇਹ ਨਹੀਂ ਗੱਲ, ਜੇ ਸਮਾਜ ਅੱਜ ਕੱਲ੍ਹ ਇਸ ਧਰਤੀ ਜਿਹੜੀ ਟਿਕੀ ਹੋਈ ਹੈ ਨਾ, ਉਹ ਚੰਗੇ ਲੋਕ ਵੀ ਹੈਗੇ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਮਾੜੇ ਲੋਕ ਬਹੁਤ ਜ਼ਿਆਦਾ ਹੋ ਗਏ ਆ, ਪਰ ਚੰਗੇ ਲੋਕਾਂ ਦੀ ਗਿਣਤੀ ਜਿਹੜੀ ਆ ਉਹ ਵੀ ਬਹੁਤ ਹੈਗੀ ਆ। ਇਹ ਨਹੀਂ ਆਪਾਂ ਕਹਿ ਸਕਦੇ ਜੇ ਇਹ ਸਮਾਜ ਦੇ ਵਿੱਚ ਚੰਗੇ ਲੋਕ ਹੈ ਤੇ ਸਮਾਜ ਚੱਲਣ ਡਿਆ ਵਾ, ਫਿਰ ਤੇ ਨਹੀਂ ਤੇ ਬਿਲਕੁਲ ਅੰਤੀ ਹੋ ਜਾਣਾ ਵਾ। ਤੇ ਗੱਲ ਤੁਸੀਂ ਜਿੱਦਾਂ ਬਾਲੀਵੁੱਡ ਦੀ ਕੀਤੀ ਆ ਕਿ ਬਾਲੀਵੁੱਡ ਦੇ ਵਿੱਚ ਉਹ 3-4 ਵਿਆਹ ਕਰਾ ਕੇ ਵੀ ਆਉਂਦੇ ਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਮੇਰਾ ਇੱਕੋ ਹੀ ਵਿਆਹ ਵਾ। ਹਾਂਜੀ ਓਕੇ, ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਜਿਹੜੇ ਲੇਖਕ ਹੁੰਦੇ ਨੇ ਬਹੁਤ ਹੀ ਨਾਜ਼ੁਕ ਮਿਜ਼ਾਜ ਹੁੰਦੇ ਨੇ। ਜਦੋਂ ਮੁਲਾਕਾਤ ਹੋਈ, ਇੱਕ ਡਾਊਨ ਟੂ ਅਰਥ, ਇੱਕ ਹੰਬਲ ਸੋਲ ਦੇਖਣ ਨੂੰ ਮਿਲੀ। ਅੱਜ ਕੱਲ੍ਹ ਨਿਮਾਣੀਆਂ ਰੂਹਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ। ਬਾਹਰੋਂ ਆ ਕੇ ਜਿਹੜਾ ਡਾਲਰ ਕਮਾਉਣ ਲੱਗ ਜਾਂਦਾ, ਉਹਦੀ ਸ਼ਖਸੀਅਤ ਵਿੱਚੋਂ ਵੀ ਫਿਰ ਡਾਲਰ ਹੀ ਝਲਕਦੇ ਨੇ, ਬਟ ਬਹੁਤ ਨਿਮਾਣੀ ਰੂਹ ਹੋ। ਸੋ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ? ਮੇਰਾ ਸੁਨੇਹਾ ਇਹੋ ਆ ਜੀ, ਵੱਧ ਤੋਂ ਵੱਧ ਆਪਣੀ ਜਿਹੜੀ ਮਾਂ ਬੋਲੀ ਆ, ਉਹ ਪਰਿਵਾਰ ਦੇ ਵਿੱਚ ਮਾਂ ਬੋਲੀ ਆਪਣੇ ਜਿਹੜੇ ਸਮਾਜ ਨਾਲ ਜੁੜੇ ਰਹੋ। ਤੇ ਮੈਂ ਇਹ ਨਹੀਂ ਆਂਦਾ ਕਿ ਹਿੰਦੀ ਮਾੜੀ ਜਾਂ ਅੰਗਰੇਜ਼ੀ ਮਾੜੀ ਆ, ਪਰ ਅਸੀਂ ਪੰਜਾਬ ਵਿੱਚ ਜੰਮੇ ਪਲੇ ਆ ਤੇ ਆਪਣੀ ਮਾਂ ਬੋਲੀ ਨੂੰ ਜ਼ਰੂਰ ਬੋਲੋ। ਤੇ ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਮਾਵਾਂ ਨੂੰ ਆਪਾਂ ਸੜਕਾਂ 'ਤੇ ਨਹੀਂ ਰੁਲਣ ਦੇਣਾ। ਜੇ ਸਾਡੀਆਂ ਮਾਵਾਂ ਸੜਕਾਂ 'ਤੇ ਰੁਲ ਗਈਆਂ, ਸਾਡਾ ਇੱਕ ਇਤਿਹਾਸ ਬਣ ਜਾਣਾ ਪੰਜਾਬੀਆਂ ਦਾ ਕਿ ਪੰਜਾਬੀਆਂ ਦੀਆਂ ਮਾਵਾਂ ਵੀ ਜਿਹੜੀਆਂ ਸੜਕਾਂ 'ਤੇ ਰੁਲਦੀਆਂ। ਅੱਜ ਪੰਜਾਬੀ ਸਾਡੇ ਥਾਂ ਥਾਂ 'ਤੇ, ਸਿਰਫ ਪੰਜਾਬ 'ਚ ਤੁਹਾਨੂੰ ਲੰਗਰ ਮਿਲੂਗਾ, ਬਾਹਰ ਤੁਸੀਂ ਕਿਸੇ ਵੀ ਚਲ ਜਾਓ ਸਟੇਟ ਦੇ ਵਿੱਚ ਤੁਹਾਨੂੰ ਲੰਗਰ ਨਹੀਂ ਮਿਲਣਾ, ਉਹ ਸਿਰਫ ਪੰਜਾਬ ਦੇ ਵਿੱਚ ਲੰਗਰ ਮਿਲਦਾ ਵਾ। ਬਾਕੀ ਮਾਵਾਂ ਦੀ ਕਦਰ ਕਰੋ, ਸੱਚ ਲਿਖੋ, ਸੱਚ ਨੂੰ ਅਪਣਾਓ ਜੀ। ਕਹਿੰਦੇ ਨੇ ਕਿ ਬਜ਼ੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ, ਨਾ ਰੌਣਕਾਂ ਘਟਾਇਓ ਸੋਹਣਿਓ, ਇਹ ਮਾਲੀ ਨੇ ਬੂਝੇ ਲਾਉਣ ਵਾਲੇ, ਧੁੱਪੇ ਨਾ ਬਿਠਾਇਓ ਸੋਹਣਿਓ, ਧੁੱਪੇ ਨਾ ਬਿਠਾਇਓ ਸੋਹਣਿਓ। ਸੋ ਬਹੁਤ ਵਧੀਆ ਲੱਗਿਆ, ਖਾਸ ਮੁਲਾਕਾਤ ਸੀ ਸਾਡੀ ਅੱਜ ਪ੍ਰਵੀਨ ਸੰਧੂ ਜੀ ਨਾਲ। ਬਹੁਤ ਚੰਗੀਆਂ ਗੱਲਾਂ ਕੀਤੀਆਂ, ਰੂਹਦਾਰੀ ਦੀਆਂ ਗੱਲਾਂ ਕੀਤੀਆਂ। ਐਵੇਂ ਗੱਲਾਂ ਬਾਤਾਂ ਕਰਵਾਉਂਦੇ ਰਵਾਂਗੇ ਸੋਹਣੀਆਂ ਸੋਹਣੀਆਂ ਸ਼ਖਸੀਅਤਾਂ ਦੇ ਨਾਲ, ਸਿੱਖਣ ਨੂੰ ਵੀ ਬਹੁਤ ਕੁਝ ਮਿਲੇਗਾ। ਮਾਵਾਂ ਦੀ ਕਦਰ ਕਰੋ, ਬਜ਼ੁਰਗਾਂ ਨੂੰ ਪਿਆਰ ਕਰੋ, ਸਾਰਿਆਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਦੇਵੋ। ਮੈਂ ਰਾਧਿਕਾ ਸ਼ਰਮਾ, ਏਤੀਮਨ ਚੈਨਲ ਦੇ ਨਾਲ। ਥੈਂਕ ਯੂ ਸੋ ਮਚ।